ਜਿਹੜਾ ਕਾਰਜ ਕਲਗੀਧਰ ਪਾਤਸ਼ਾਹ ਨੇ ਕਲਯੁਗ ਦੇ ਸਮੇਂ ਵਿੱਚ ਜਗਤ ਮਾਤ ਚੰਡਕਾ ਨੂੰ ਪ੍ਰਗਟ ਕਰਨ ਦਾ ਕੀਤਾ ਹੈ, ਪਿਛਲੇ ਯੁੱਗਾਂ ਵਿੱਚ ਬੜੇ ਬੜੇ ਮਹਾਂਪੁਰਸ਼ਾਂ ਤੋਂ ਨਹੀਂ ਹੋਇਆ। ਕਲਯੁਗ ਵਿੱਚ ਤਾਂ ਕੋਈ ਸੋਚ ਹੀ ਨਹੀਂ ਸਕਦਾ। ਪੰਡਤਾਂ ਨੇ ਵੀ ਜਵਾਬ ਦੇਤਾ ਸੀ, ਕੇਸੋ ਦਾਸ ਵਰਗਿਆਂ ਨੇ, ਮਹਾਰਾਜ ਮੈਂ ਪ੍ਰਯੋਗ ਤਾਂ ਕਰ ਸਕਦਾ ਹਾਂ, ਮੰਤਰ ਪੜ੍ਹ ਸਕਦਾ ਹਾਂ, ਹਵਨ ਕਰਵਾ ਸਕਦਾ ਹਾਂ, ਪਰ ਮਹਾਰਾਜ ਮੈਂ ਇਹ ਤੁਹਾਨੂੰ ਗਰੰਟੀ ਨਹੀਂ ਦਿੰਦਾ ਕਿ ਚੰਡੀ ਪ੍ਰਗਟ ਹੋ ਜਾਏਗੀ। ਪਰ ਸਤਿਗੁਰੂ ਜੀ ਨੂੰ ਵਿਸ਼ਵਾਸ ਸੀ, ਕਿਉਂਕਿ ਜੋ ਵੀ ਕੰਮ ਕਲਗੀਧਰ ਪਾਤਸ਼ਾਹ ਕਰਦੇ ਸੀ ਪੂਰੇ ਵਿਸ਼ਵਾਸ ਨਾਲ ਕਰਦੇ ਸੀ। ਉਹਨਾਂ ਨੂੰ ਪਤਾ ਸੀ ਕਿ ਕਲਯੁਗ ਤੇ ਸਤਯੁਗ 'ਚ ਕੋਈ ਫਰਕ ਨਹੀਂ, ਸੋਚ ਦਾ ਹੀ ਫਰਕ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਕਿਤੈ ਦੇਸ ਨਾ ਆਇਆ ਸੁਣੀਐ, ਤੀਰਥ ਪਾਸ ਨਾ ਬੈਠਾ, ਦਾਤਾ ਦਾਨ ਕਰੇ ਤੈ ਨਾਹੀ, ਮਹਿਲ ਉਸਾਰ ਨਾ ਬੈਠਾ। ਕਹਿੰਦੇ ਕਲਯੁਗ ਹੋਰ ਕੁਛ ਨਹੀਂ, ਬੰਦੇ ਦੀ ਸੋਚ ਨੀਵੀਂ ਹੋ ਗਈ ਹੈ, ਇਹੀ ਕਲਯੁਗ ਹੈ, ਹੋਰ ਕਲਯੁਗ ਕੀ ਹੈ। ਮਹਾਰਾਜ ਕਹਿੰਦੇ, ਜੇ ਕੋ ਨਾਉ ਲਏ ਬਦਨਾਮੀ, ਕਲ ਕੇ ਲਖਣ ਇਹੀ। ਜੇ ਕੋਈ ਨਾਮ ਜਪਦਾ ਉਹਦੀ ਬਦਨਾਮੀ ਹੁੰਦੀ ਹੈ, ਇਹ ਕਲਯੁਗ ਹੈ, ਹੋਰ ਕੀ ਹੈ। ਤੇ ਜੇ ਨਾਮ ਜਪਣ ਵਾਲੀਆਂ ਰੂਹਾਂ ਇਕੱਠੀਆਂ ਹੋ ਜਾਣ ਤੇ ਸਤਯੁਗ ਆ ਜਾਂਦਾ ਕਲਯੁਗ ਵਿੱਚ ਵੀ। ਕਲਗੀਧਰ ਪਾਤਸ਼ਾਹ ਨੇ ਕਲਯੁਗ 'ਚ ਸਤਯੁਗ ਵਰਤਾ ਦਿੱਤਾ। ਮਹਾਸ਼ਕਤੀ ਅਕਾਲ ਪੁਰਖ ਦੀ ਪ੍ਰਥਮ ਭਗਉਤੀ ਨੂੰ ਪ੍ਰਗਟ ਕਰ ਲਿਆ ਹੈ। ਜੈ ਸਤਿਗੁਰ ਕੀ ਕਹਿ ਨਰ ਨਾਰੀ। ਹੁਣ ਸਭ ਇਸਤਰੀ ਪੁਰਸ਼ ਗੁਰੂ ਮਹਾਰਾਜ ਦੇ ਨਾਂ ਦੇ ਜੈਕਾਰੇ ਲਾ ਰਹੇ ਨੇ। ਖਾਨ ਪਾਨ ਕਰ ਕਰ ਗੁਰਬਾਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਗੱਲਾਂ ਕਰ ਰਹੇ ਨੇ। ਘਰ ਘਰ 'ਚ ਸਿੱਖ ਤੇ ਲੰਗਰ ਪ੍ਰਸ਼ਾਦਾ ਖੁਸ਼ੀ ਨਾਲ ਸਭ ਨੇ ਛਕਿਆ ਹੈ। ਸਗਰੇ ਸੁਪਤ ਜਥਾ ਸੁਖ ਰਾਤੀ। ਰਾਤ ਨੂੰ ਸਾਰੇ ਸੁੱਖਾਂ ਨਾਲ ਸੁੱਤੇ ਨੇ ਆਪਣੇ ਆਪਣੇ ਘਰਾਂ ਵਿੱਚ। ਵੱਡੀ ਪ੍ਰਾਤ ਤੇ ਸਤਿਗੁਰ ਜਾਗੇ। ਮਹਾਰਾਜ ਆਪਣੇ ਨੇਮ ਅਨੁਸਾਰ ਸਵਾ ਪਹਿਰ ਰਾਤ ਰਹਿੰਦੀ ਜਾਗ ਪਿਆ ਕਰਦੇ ਸਨ। ਅੱਜ ਵੀ ਅੰਮ੍ਰਿਤ ਵੇਲੇ ਉੱਠੇ ਹਨ। ਸੋਚ ਇਸ਼ਨਾਨ ਕਰਨ ਪ੍ਰਭ ਲਾਗੇ। ਫਿਰ ਮਹਾਰਾਜ ਸੋਚ ਇਸ਼ਨਾਨ ਕਰਨ ਲੱਗੇ ਹਨ। ਵਸਤਰ ਸ਼ਸਤਰ ਸਭ ਅੰਗ ਸਜਾਏ। ਔਰ ਸਾਰੇ ਆਪਣੇ ਵਸਤਰ ਸ਼ਸਤਰ ਮਹਾਰਾਜ ਨੇ ਆਪਣੇ ਅੰਗਾਂ 'ਚ ਸਜਾ ਲਏ ਨੇ। ਲੈਨਹਾਰ ਜੇ ਧਨ ਧਨ ਆਏ। ਜਿਹੜੇ ਗਰੀਬ ਲੋਕ, ਮੰਗਤੇ ਲੋਕ, ਭੱਟ, ਮਿਰਾਸ਼ੀ, ਡੂਮ, ਢਾਡੀ, ਰਾਗੀ, ਕਥਾਵਾਚਕ, ਕਵੀਗਣ, ਪੰਡਤ, ਇਹ ਜਿਹੜੇ ਦਾਨ ਦਛਨਾ ਦੇ ਅਧਿਕਾਰੀ ਸਨ, ਉਹ ਸਾਰੇ ਮਹਾਰਾਜ ਕੋਲੋਂ ਵਧਾਈਆਂ ਲੈਣ ਵਾਸਤੇ, ਆਪਣਾ ਹਿੱਸਾ ਦਾਨ ਦਛਨਾ ਲੈਣ ਵਾਸਤੇ ਆਏ ਹਨ। ਸਭ ਕੋ ਦੀਨ ਸੁਦਾਨ ਕਨੇਰੇ। ਮਹਾਰਾਜ ਨੇ ਸਾਰਿਆਂ ਨੂੰ ਖੁੱਲਾ ਹੀ ਦਾਨ ਦਿੱਤਾ ਹੈ। ਰੀਝ ਕੈ ਦਾਨ ਦਿਓ, ਜਿਨ ਕੋ ਤਿਨ ਮੰਗਣ ਕੋ ਨਾ ਕਹੂੰ ਮਨ ਕੀਨੋ। ਐਨੇ ਪ੍ਰਸੰਨ ਹੋ ਕੇ ਸਤਿਗੁਰੂ ਜੀ ਖੁੱਲੇ ਹੱਥੀਂ ਗੱਫੇ ਵਰਤਾਏ ਹਨ। ਜੇਕਰ ਸਭ ਕੇ ਆਨੰਦ ਕਨੇਰੇ। ਲੈ ਕੇ ਸਾਰਿਆਂ ਨੂੰ ਬੜਾ ਆਨੰਦ, ਬੜੀ ਖੁਸ਼ੀ ਹੋਈ ਹੈ। ਹੁਕਮ ਜਾਗੇ ਕਰ ਬੇ ਕਹੋ ਦਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਦਿੱਤਾ ਹੈ ਵੀ ਹੁਣ ਯੱਗ ਕਰਵਾਇਆ ਜਾਵੇ, ਕਿਉਂਕਿ ਬਹੁਤ ਵੱਡਾ ਕਾਰਜ ਫਤਿਹ ਹੋਇਆ ਹੈ। ਸਾਧ ਸੰਗਤ ਜੀ, ਗੁਰੂ ਕੇ ਸਿੱਖਾਂ ਨੂੰ ਦੇਖੋ ਮਹਾਰਾਜ ਜਾਚ ਸਿਖਾ ਰਹੇ ਨੇ। ਕੋਈ ਵੀ ਕਾਰਜ ਹੋਵੇ ਨਾ, ਸ਼ੁਕਰਾਨੇ ਜੋ ਆਪਾਂ ਨੂੰ ਲੰਗਰ ਲਾਉਣਾ ਚਾਹੀਦਾ ਹੈ ਗਰੀਬ ਗੁਰਬੇ ਵਾਸਤੇ। ਇਹ ਨਹੀਂ ਵੀ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਆਈਸਕ੍ਰੀਮਾਂ ਖਵਾਈ ਜਾਣੀਆਂ। ਖਾਲਸਾ ਜੀ, ਲੰਗਰ ਲਾਓ, ਗਰੀਬ ਗੁਰਬਾ ਜੋ ਵੀ ਪ੍ਰਸ਼ਾਦਾ ਛਕੇ ਆਸ਼ੀਰਵਾਦ ਦੇ ਕੇ ਜਾਵੇ। ਮਹਾਰਾਜ ਨੇ ਜੱਗ ਲਾਇਆ ਕਿ ਭਾਈ ਜਿਤਨਾ ਵੀ ਗਰੀਬ ਗੁਰਬਾ ਹੈ, ਜਿਤਨੇ ਵੀ ਲੋਕ ਹਨ, ਜਿਤਨੀਆਂ ਸੰਗਤਾਂ ਹਨ, ਜਿਤਨੇ ਮਸੰਦ ਹਨ, ਜਿਤਨੇ ਗੁਰੂ ਘਰ ਦੇ ਰਾਗੀ, ਢਾਡੀ, ਗੁਣੀ, ਗਿਆਨੀ, ਕਵੀ, ਉਹਨਾਂ ਸਾਰਿਆਂ ਨੂੰ ਲੰਗਰ ਛਕਾਇਆ ਜਾਵੇਗਾ। ਅਨਕ ਆਹਾਰ ਸਨਿਗਦੈ ਭਇਓ। ਬੜੇ ਸੋਹਣੇ ਸੋਹਣੇ ਸਵਾਦਿਸ਼ਟ ਸਨਿਗਦ ਮਿਸ਼ਟਾਨ, ਵਧੀਆ ਵਧੀਆ ਲੰਗਰ ਤਿਆਰ ਕਰਵਾਓ। ਰੂਪ ਪੂਰ ਕਾ ਬਹੁ ਪੰਚਾਮ੍ਰਿਤ। ਪੂੜੀਆਂ ਤੇ ਪੂੜੇ ਤੇ ਕੜਾਹ ਪ੍ਰਸ਼ਾਦ ਤੇ ਖੀਰਾਂ ਬਣਾਈਆਂ ਨੇ। ਵੇ ਪ੍ਰਸਾਦ ਬੋਲੇ ਪਠ ਜਿਤ ਕਿਤ। ਬ੍ਰਾਹਮਣਾਂ ਨੂੰ, ਸਾਧੂਆਂ ਨੂੰ, ਸੰਤਾਂ ਨੂੰ, ਸੰਨਿਆਸੀਆਂ ਨੂੰ, ਬੈਰਾਗੀਆਂ ਨੂੰ, ਜੋਗੀਆਂ ਨੂੰ, ਜੰਗਮਾਂ ਨੂੰ, ਹਿੰਦੂ ਮੁਸਲਮਾਨ ਨੂੰ, ਸਭ ਨੂੰ ਖੁੱਲਾ ਸੱਦਾ ਦਿੱਤਾ। ਸਾਰੇ ਆਓ ਭਾਈ, ਗੁਰੂ ਘਰ ਵਿੱਚ ਬੜਾ ਵੱਡਾ ਯੱਗ ਹੋ ਰਿਹਾ ਹੈ, ਲੰਗਰ ਹੋਣਾ ਹੈ, ਸਾਰੀਆਂ ਸੰਗਤਾਂ ਆ ਕੇ ਲੰਗਰ ਛਕੋ। ਮਨ ਭਾਵ ਭੋਜਨ ਕੋ ਖਾਇਓ। ਸਭ ਨੇ ਮਨ ਭਾਉਂਦਾ ਭੋਜਨ ਛਕਿਆ ਹੈ। ਮਹਾਰਾਜ ਜਦੋਂ ਲੰਗਰ ਲਾਉਂਦੇ ਸਨ, ਲਾਂਗਰੀਆਂ ਨੂੰ ਸੁਚੇਤ ਕਰਕੇ ਵਧੀਆ ਪਕਵਾਨ ਬਣਾਉਣਾ ਜਿਹੜਾ ਸਾਰਿਆਂ ਨੂੰ ਚੰਗਾ ਲੱਗੇ। ਇਹ ਨਹੀਂ ਵੀ ਲੂਣ ਦੇ ਵਿੱਚ, ਦਾਲ ਦੇ ਵਿੱਚ ਲੂਣ ਜ਼ਿਆਦਾ ਪਾ ਦੇਣਾ ਜਾਂ ਪਾਣਾ ਹੀ ਨਹੀਂ, ਜਾਂ ਮਿਰਚਾਂ ਹੀ ਜ਼ਿਆਦੀਆਂ ਪਾ ਦੇਣੀਆਂ, ਅਗਲਾ ਰੋਟੀ ਖਾ ਕੇ ਹੀ ਨਾ ਜਾਵੇ। ਇੱਦਾਂ ਨਹੀਂ, ਲੰਗਰ ਬਣਾਉਣਾ ਪੂਰੀ ਸ਼ਰਧਾ ਨਾਲ, ਰੀਝ ਦੇ ਨਾਲ, ਵੀ ਕੋਈ ਵੀ ਆਵੇ ਤੇ ਉਹ ਲੰਗਰ ਛਕ ਕੇ ਧੰਨ ਧੰਨ ਕਰਕੇ ਜਾਵੇ, ਖੁਸ਼ ਹੋ ਕੇ ਜਾਵੇ ਵੀ ਮਨ ਭਾਉਂਦਾ ਲੰਗਰ ਛਕਣ ਨੂੰ ਮਿਲਿਆ ਹੈ। ਸਦਕ ਦਾਨ ਸਭਿਨ ਕੋ ਪਾਇਓ। ਤੇ ਜਿੰਨੇ ਵੀ ਗਰੀਬ ਗੁਰਬੇ ਲੋਕ, ਲੋੜਵੰਦ, ਬ੍ਰਾਹਮਣ ਅਤੇ ਭੱਟ, ਸੰਨਿਆਸੀ, ਬੈਰਾਗੀ, ਜੋਗੀ, ਜੰਗਮ, ਸਾਧੂ, ਸੰਤ, ਗ੍ਰਸਤੀ ਲੋਕ ਆਏ ਸਨ,
ਸਾਰਿਆਂ ਨੂੰ ਉਹਨਾਂ ਦੇ ਅਧਿਕਾਰ ਅਨੁਸਾਰ ਖੁੱਲਾ ਦਾਨ ਦਿੱਤਾ ਹੈ। ਇਕ ਉਦਾਰਤਾ ਗੁਰ ਔਰ ਕੇਰੀ। ਮਹਾਰਾਜ ਦਾ ਇਹ ਖੁੱਲਾ ਦਾਨ ਦੇਣ ਦਾ, ਇਹ ਮਹਾਰਾਜ ਦੀ ਉਦਾਰਤਾ ਵੇਖ ਕੇ ਵਿਸ਼ਮ ਕੁਬੇਰ ਸੁਮੇਰ ਵਡੇਰੀ। ਕਹਿੰਦੇ ਸੁਮੇਰ ਪਰਬਤ ਵੀ ਭੈ ਭੀਤ ਹੋ ਗਿਆ ਤੇ ਦੇਵਤਿਆਂ ਦਾ ਖਜ਼ਾਨਚੀ ਕੁਬੇਰ ਵੀ ਡਰ ਗਿਆ। ਜੇ ਰੁਖ ਕਰ ਇਤ ਕੋ ਬਲ ਧਰੈ। ਕਹਿੰਦੇ ਜਦੋਂ ਮਹਾਰਾਜ ਖੁੱਲੇ ਹੱਥੀ ਵੰਡੀ ਜਾ ਰਹੇ ਸਨ, ਦਾਨ ਦਸ਼ਨਾ ਦੇ ਰਹੇ ਸਨ, ਸੋ ਚਾਂਦੀ ਦੇ ਰੁਪਈਏ ਤੇ ਸੋਨੇ ਦੀਆਂ ਮੋਹਰਾਂ ਹੀ ਵੰਡੀ ਜਾਂਦੇ ਸਨ, ਇੰਨਾ ਦਾਨ ਮਹਾਰਾਜ ਦੇ ਰਹੇ ਸਨ ਤੇ ਕੁਬੇਰ ਜਿਹੜਾ ਦੇਵਤਿਆਂ ਦਾ ਭੰਡਾਰੀ ਆ ਉਹਨੂੰ ਫਿਕਰ ਪੈ ਗਿਆ। ਸੁਮੇਰ ਪਰਬਤ ਨੂੰ ਵੀ ਡਰ ਹੋ ਗਿਆ, ਜੇ ਕਲਗੀਧਰ ਪਾਤਸ਼ਾਹ ਮੇਰੇ ਵੱਲ ਦੇਖ ਲਿਆ, ਹਮਕੋ ਲਟ ਬਾਂਟ ਬੋ ਕਰੈ। ਕਿਤੇ ਸਾਨੂੰ ਲੁੱਟ ਕੇ, ਹਮਕੋ ਲੂਟ ਬਾਂਟ ਬੋ ਕਰੈ, ਸਾਨੂੰ ਲੁੱਟ ਕੇ ਮਹਾਰਾਜ ਕਿਤੇ ਵਾਂਢੀ ਨਾ ਦੇਣ। ਕੁਬੇਰ ਨੂੰ ਖਤਰਾ ਹੋ ਗਿਆ ਵੀ ਐਡੇ ਵੱਡੇ ਦਾਨੀ ਗੁਰੂ ਗੋਬਿੰਦ ਸਿੰਘ ਜੀ ਹਨ, ਜੇ ਕਿਤੇ ਦਾਨ ਦੇਣ ਲੱਗਿਆ ਮੇਰਾ ਖਜ਼ਾਨਾ ਫੜ ਕੇ ਵੰਡਣ ਲੱਗ ਪਏ ਤੇ ਮੇਰਾ ਖਜ਼ਾਨਾ ਖਾਲੀ ਕਰ ਦੇਣਗੇ। ਬਿੰਦ ਅਸ਼ਰਫੀ ਘਨੇ ਰਜਤਪਨ। ਬਹੁਤ ਸਾਰੀਆਂ ਅਸ਼ਰਫੀਆਂ ਤੇ ਬੜੇ ਰੁਪਈਏ। ਜਾਚਕ ਕਰੇ ਨਿਹਾਲ ਅਨੇਕ ਗਨ। ਔਰ ਸਾਧ ਸੰਗਤ ਜੀ ਮੰਗਤਿਆਂ ਨੂੰ, ਗਰੀਬਾਂ ਨੂੰ, ਲੋੜਵੰਦਾਂ ਨੂੰ ਇੰਨਾ ਦਾਨ ਦਿੱਤਾ, ਨਿਹਾਲ ਕਰ ਦਿੱਤਾ ਹੈ। ਦਾਨ ਦੇਖ ਬਿਸਮਤ ਨਰ ਨਾਰੀ। 10ਵੇਂ ਪਾਤਸ਼ਾਹ ਦਾ ਦਾਨ ਵੇਖ ਕੇ ਰੀਝ ਕੇ ਦਾਨ ਦਿਓ ਜਿਨ ਕੋ, ਤਿਨ ਮੰਗਣ ਕੋ ਨਾ ਕਹੂੰ ਮਨ ਕੀਨੋ। ਜਿਨ੍ਹਾਂ ਨੂੰ ਖੁਸ਼ ਹੋ ਕੇ ਦਾਨ ਦਿੱਤਾ ਹੈ ਉਹ ਤਾਂ ਮਾਲਾ ਮਾਲ ਹੋਏ ਹੀ ਹਨ, ਵੇਖਣ ਵਾਲੇ ਵੀ ਅਸ਼ ਕਰ ਉੱਠੇ ਹਨ। ਭਇਓ ਕੁਲਾਹਲਪੁਰ ਮਹਿ ਭਾਰੀ। ਸ੍ਰੀ ਅਨੰਦਪੁਰ ਸਾਹਿਬ ਦੀ ਗਲੀ ਵਿੱਚ ਬੜਾ ਕੁਲਾਹਲ ਹੋਇਆ ਹੈ, ਬੜਾ ਆਨੰਦ, ਬੜੀ ਖੁਸ਼ੀ ਤੇ ਬੜਾ ਖੇੜਾ ਹੈ। ਜਿਸ ਕੇ ਸ਼ਵ ਤਬ ਨਹੀਂ ਬੁਲਾਇਓ। ਪਰ ਮਹਾਰਾਜ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਦੇ ਚੋਜ ਐਸੇ ਨਿਆਰੇ ਹਨ ਜਿਨ੍ਹਾਂ ਦੀ ਸਮਝ ਬਹੁਤ ਬਾਅਦ ਵਿੱਚ ਜਾ ਕੇ ਲੱਗਦੀ ਹੈ। ਐਨੀ ਦੁਨੀਆ ਨੂੰ ਜੱਗ ਤੇ ਬੁਲਾ ਲਿਆ, ਗਰੀਬ ਗੁਰਬੇ ਨੂੰ ਬੁਲਾ ਲਿਆ, ਪੰਡਤਾਂ ਨੂੰ ਬੁਲਾ ਲਿਆ, ਖੱਤਰੀਆਂ ਵੈਸ਼ਾਂ ਸ਼ੂਦਰਾਂ ਨੂੰ ਬੁਲਾ ਲਿਆ, ਸੰਨਿਆਸੀਆਂ ਬੈਰਾਗੀਆਂ ਜੋਗੀਆਂ ਜੰਗਮਾਂ ਨੂੰ ਸਭ ਨੂੰ ਲੰਗਰ ਛਕਾਤਾ, ਨਿਉਂਦਾ ਨਹੀਂ ਭੇਜਿਆ। ਬਿਦ ਤਨ ਸਮੇਂ ਜੋ ਉੱਠ ਕਰ ਆਇਓ। ਕਿਉਂਕਿ ਜਦੋਂ ਚੰਡੀ ਪ੍ਰਗਟ ਹੋਣੀ ਸੀ 9ਵੀਂ ਵਾਲੇ ਦਿਨ, ਚੇਤਰ ਦੇ ਮਹੀਨੇ ਦੇ ਨਰਾਤੇ ਚੱਲ ਰਹੇ ਸਨ, 9ਵਾਂ ਨਰਾਤਾ ਜਿਸ ਦਿਨ ਪ੍ਰਗਟ ਹੋਣਾ ਸੀ, 8ਵੀਂ ਵਾਲੇ ਦਿਨ ਯਾਨੀ ਇੱਕ ਦਿਨ ਪਹਿਲਾਂ ਪੰਡਤ ਜੀ ਉੱਤੋਂ ਆ ਗਏ, ਕਹਿਣ ਲੱਗੇ ਮਹਾਰਾਜ ਮੈਂ ਬਲੀ ਦੀ ਸਮੱਗਰੀ ਇਕੱਠੀ ਕਰਕੇ ਲਿਆਉਣਾ। ਕੋਈ ਬਹਾਨਾ ਕਰਕੇ ਉੱਥੋਂ ਆ ਗਏ ਸਨ। ਤਿਨ ਸੁਣ ਅਦਕ ਰੂਸ ਬੋਲੀ ਨਾ। ਆ ਮਹਾਰਾਜ 10ਵੇਂ ਪਾਤਸ਼ਾਹ ਨੇ ਉਹਨਾਂ ਨੂੰ ਬੁਲਾਇਆ ਨਹੀਂ। ਬਾਕੀ ਸਾਰੀ ਦੁਨੀਆ ਗੁਰੂ ਦੇ ਭੰਡਾਰੇ 'ਚ ਆਈ ਹੈ, ਸਾਰਿਆਂ ਨੂੰ ਦਾਨ ਦਸ਼ਨਾ ਮਿਲੀ ਹੈ। ਪੰਡਤ ਕੇਸੋ ਦਾਸ ਆਪਣੇ ਡੇਰੇ 'ਚ ਬਾਗ 'ਚ ਬੈਠੇ ਉਡੀਕੀ ਜਾਂਦੇ ਵੀ ਮੈਨੂੰ ਵੀ ਬੁਲਾਉਣਗੇ, ਪਰ ਜਦੋਂ ਨਹੀਂ ਬੁਲਾਇਆ ਤੇ ਪੰਡਤ ਜੀ ਮਨ 'ਚ ਗੁੱਸਾ ਕਰ ਲਿਆ, ਰੁੱਸ ਗਏ ਹਨ। ਮੋਹਿ ਨਾ ਹਕਾਰਿਓ ਇਹ ਕਿਆ ਕੀਨਾ। ਕਹਿੰਦੇ ਮੈਨੂੰ ਬੁਲਾਇਆ ਨਹੀਂ, ਇਹ ਕੀ ਕੀਤਾ ਹੈ। ਸ੍ਰੀ ਅੰਤਰਜਾਮੀ ਸਭ ਜਾਨੀ। ਮਹਾਰਾਜ ਉਹਨਾਂ ਦੇ ਮਨ ਦੀ ਜਾਣ ਗਏ। ਜਿੱਥੇ ਪੰਡਤ ਕੇਸੋ ਦਾਸ ਬੈਠੇ ਸੋਚ ਰਹੇ ਸਨ ਵੀ ਸਾਰੀ ਦੁਨੀਆ ਸੱਦ ਲਈ, ਮੈਨੂੰ ਬੁਲਾਇਆ ਕੋਈ ਨਹੀਂ, ਹਾਲਾਂਕਿ ਸਾਰਾ ਪ੍ਰਯੋਗ ਮੇਰੇ ਹੱਥਾਂ 'ਚ ਹੋਇਆ ਹੈ ਤੇ ਮੈਨੂੰ ਹੀ ਗੁਰੂ ਸਾਹਿਬ ਭੁੱਲ ਗਏ ਨੇ, ਮੈਨੂੰ ਹੀ ਨਜ਼ਰਅੰਦਾਜ਼ ਕਰਤਾ ਹੈ। ਇਹਦਾ ਮਨ ਵਿੱਚ ਗੁੱਸਾ ਕਰ ਰਹੇ ਸਨ, ਸੋਚ ਹੀ ਰਹੇ ਸਨ ਕਿ ਅੰਤਰਜਾਮੀ ਸਤਿਗੁਰੂ ਮਹਾਰਾਜ ਸਭ ਜਾਣ ਗਏ। ਨੰਦ ਚੰਦ ਸੋ ਗਿਰਾ ਬਖਾਨੀ। ਆਪਣੇ ਦੀਵਾਨ ਨੰਦ ਚੰਦ ਨੂੰ ਕੋਲ ਬੁਲਾ ਕੇ ਕਲਗੀਧਰ ਜੀ ਬੋਲੇ, ਅਬ ਪੰਡਤ ਕੋ ਆਨ ਹਕਾਰੀ। ਜਾਓ ਭਾਈ ਨੰਦ ਚੰਦ ਜੀ, ਦੀਵਾਨ ਜੀ, ਪੰਡਤ ਕੇਸੋ ਦਾਸ ਨੂੰ ਬੁਲਾ ਕੇ ਲਿਆਓ। ਉਹ ਬਿਸਰ ਗਇਓ ਤਿਸ ਬਾਰੀ। ਇਹ ਕੀ ਕਾਰਨ ਬਣ ਗਿਆ ਹੈ ਕਿ ਉਹਨੂੰ ਕਿਹਾ ਜੇ, ਇਸ ਤਰ੍ਹਾਂ ਆਖਿਆ ਜੇ ਵੀ ਮਹਾਰਾਜ ਭੁੱਲ ਗਏ, ਖਿਆਲ ਵਿਸਰ ਗਿਆ, ਜਾਣ ਕੇ ਨਹੀਂ ਤੁਹਾਨੂੰ ਛੱਡਿਆ, ਖਿਆਲ ਵਿੱਚੋਂ ਹੀ ਗੱਲ ਵਿਸਰ ਗਈ ਹੈ। ਸੁਨ ਕਰ ਹੁਕਮ ਗੁਰੂ ਕਹੋ ਐਸਿਓ। ਮੇਰੋ ਕਛੂ ਅਪਰਾਧ ਨਹੀਂ ਗਇਓ ਯਾਦ ਤੇ ਭੂਲ ਨਾ ਕੋਪ ਚਿਤਾਰੋ। ਹੇ ਪੰਡਤ ਜੀ ਮੇਰਾ ਕੋਈ ਅਪਰਾਧ ਨਹੀਂ, ਤੁਸੀਂ ਮੈਨੂੰ ਉਦਾਂ ਹੀ ਵਿਸਰ ਗਏ, ਯਾਦੋਂ ਹੀ ਵਿਸਰ ਗਏ। ਇਸ ਤਰ੍ਹਾਂ ਜਦੋਂ ਮਹਾਰਾਜ ਕਹਿੰਦੇ ਜਾ ਕੇ ਬੁਲਾ ਕੇ ਲਿਆਓ, ਭਾਈ ਨੰਦ ਚੰਦ ਦੀਵਾਨ ਨੇ ਜਦੋਂ ਸਤਿਗੁਰਾਂ ਦਾ ਹੁਕਮ ਸੁਣਿਆ ਹੈ, ਤਹਿ ਗਮਨਿਓ ਜੈ ਪੰਡਤ ਬੈਸੋ। ਦੀਵਾਨ ਨੰਦ ਚੰਦ ਉਸ ਬਾਗ ਵੱਲ ਚੱਲ ਪਏ ਨੇ ਜਿੱਥੇ ਕੇਸੋ ਦਾਸ ਦਾ ਡੇਰਾ ਹੈ, ਜਿੱਥੇ ਕੇਸੋ ਦਾਸ ਜੀ ਨੇ ਉਤਾਰਾ ਕੀਤਾ ਹੋਇਆ ਹੈ। ਦਿਤ ਜੂ ਸਤਿਗੁਰ ਤੁਮਹਿ ਹਕਾਰਾ। ਜਾ ਕੇ ਦੀਵਾਨ ਨੰਦ ਚੰਦ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਕਾਰਯੋਗ ਪੰਡਤ ਕੇਸੋ ਦਾਸ ਜੀ,
ਆਪ ਜੀ ਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਬੁਲਾ ਰਹੇ ਨੇ। ਸਹਿਤ ਦਛਨਾ ਲਿਓ ਆਹਾਰਾ, ਚੱਲ ਕੇ ਲੰਗਰ ਵੀ ਛਕੋ ਤੇ ਆਪਣੀ ਦਛਨਾ ਵੀ ਵਸੂਲ ਕਰੋ। ਪਰ ਕਹਿਓ ਅਬ ਹੋ ਨਹਿ ਜਾਵੋ। ਹੁਣ ਗੁੱਸੇ 'ਚ ਆਇਆ ਹੋਇਆ ਕੇਸੋ ਦਾਸ ਕਹਿਣ ਲੱਗਾ ਮੈਂ ਨਹੀਂ ਜਾਣਾ। ਮੈਂ ਕਿਉਂ ਜਾਵਾਂ? ਮੈਨੂੰ ਬਾਅਦ ਵਿੱਚ ਕਿਉਂ ਬੁਲਾਇਆ ਹੈ? ਨਹੀਂ ਸੋ ਭੋਜਨ ਮੁਖ ਮੈਂ ਪਾਵੋ। ਮੈਂ ਗੁਰੂ ਸਾਹਿਬ ਦਾ ਲੰਗਰ ਵੀ ਨਹੀਂ ਛਕਣਾ ਤੇ ਮੈਂ ਦਛਨਾ ਵੀ ਨਹੀਂ ਲੈਣੀ। ਮੈਨੂੰ ਪਹਿਲਾਂ ਬੁਲਾਉਣਾ ਸੀ, ਸਾਰਿਆਂ ਤੋਂ ਬਾਅਦ ਮੈਨੂੰ ਯਾਦ ਕਰ ਰਹੇ। ਸਾਰੀ ਦੁਨੀਆ ਲੰਗਰ ਛਕ ਕੇ ਵੀ ਚਲੀ ਗਈ ਹੈ ਤੇ ਹੁਣ ਮੇਰਾ ਖਿਆਲ ਆਇਆ ਹੈ। ਪ੍ਰਥਮ ਵਿਪਰ ਸਿੱਖ ਸਾਧ ਜਿਵਾਏ, ਪਹਿਲਾਂ ਹੋਰ ਬ੍ਰਾਹਮਣਾਂ ਨੂੰ, ਹੋਰ ਸਿੱਖਾਂ ਨੂੰ, ਹੋਰ ਸੰਨਿਆਸੀਆਂ, ਬੈਰਾਗੀਆਂ, ਸਾਧੂਆਂ, ਜੰਗਮਾਂ, ਜੋਗੀਆਂ ਨੂੰ ਲੰਗਰ ਛਕਾਤਾ ਤੇ ਜਿਹੜਾ ਮੈਂ ਸਾਰਾ ਕੁਝ ਕਰਵਾਇਆ ਕੋਲ ਬਹਿ ਕੇ ਤੇ ਮੈਨੂੰ ਹੁਣ ਯਾਦ ਕਰ ਰਹੇ ਹੋ। ਪਾਛੇ ਤੇ ਮੁਝ ਬੋਲ ਪਠਾਏ, ਪਿੱਛੋਂ ਮੈਨੂੰ ਸੱਦਾ ਦਿੱਤਾ ਸਾਰਿਆਂ ਤੋਂ। ਸਹਿਨੇ ਜਾਏ ਵਿਪਰੀਤ ਵਡੇਰੀ, ਇਹ ਜਿਹੜੀ ਮੇਰੀ ਅਵਗਿਆ ਕੀਤੀ ਹੈ, ਮੇਰਾ ਨਿਰਾਦਰ ਕੀਤਾ ਹੈ, ਇਹ ਮੇਰੇ ਤੋਂ ਸਿਆ ਨਹੀਂ ਗਿਆ, ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ। ਤੋ ਮੁਖਿਆ ਸੁਧ ਨਹਿ ਤਿਸ ਕੇਰੀ, ਮੈਂ ਹੀ ਮੁਖੀ ਸੀ, ਸਾਰਾ ਕੰਮ ਮੈਂ ਕੀਤਾ। ਸਵਾ ਸਾਲ ਲਗਭਗ ਮੈਨੂੰ ਇੱਥੇ ਬੈਠਿਆਂ ਹੋ ਗਿਆ, ਕਿਉਂਕਿ 1 ਸਾਲ ਦਾ ਲਗਭਗ ਇਸ ਪ੍ਰਯੋਗ ਤੇ ਹੀ ਲੱਗ ਗਏ ਸਨ, 11 ਮਹੀਨੇ ਤੇ ਬਾਕੀ ਮਹੀਨਾ 2 ਮਹੀਨੇ ਪੰਡਤ ਜੀ ਪਹਿਲਾਂ ਵੀ ਆਏ ਹੋਏ ਸਨ, ਤਿਆਰੀ ਕਰਦਿਆਂ ਲੱਗ ਗਏ। ਭੋਜਨ ਛਕਾ ਦਿੱਤਾ ਹੈ। ਅਬ ਪਛਤਾਤੀ ਕਿਮ ਨਹਿ ਜਾਉ, ਅੱਜ ਤੋਂ ਬਾਅਦ ਮੈਂ ਗੁਰੂ ਕੋਲ ਨਹੀਂ ਜਾਣਾ। ਹੁਣ ਮੈਂ ਸਾਰਿਆਂ ਤੋਂ ਬਾਅਦ ਲੰਗਰ ਛਕਾਂਗਾ, ਝੂਠਾ ਖਾਵਾਂਗਾ ਮੈਂ ਲੋਕਾਂ ਦਾ। ਸਾਰੀ ਦੁਨੀਆ ਲੰਗਰ ਛਕ ਗਈ, ਸੰਨਿਆਸੀ ਛਕ ਗਏ, ਬੈਰਾਗੀ ਛਕ ਗਏ, ਜੋਗੀ, ਜੰਗਮ, ਕਈ ਸੰਪਰਦਾਵਾਂ ਦੇ ਸਾਧੂ ਆ ਕੇ, ਮੁਸਲਮਾਨ ਫਕੀਰ ਵੀ ਰੋਟੀ ਖਾ ਕੇ ਚਲੇ ਗਏ, ਗੁਰੂ ਦੇ ਸਿੱਖ ਵੀ ਖਾ ਗਏ ਤੇ ਪੰਡਿਤ ਕੇਸੋ ਦਾਸ ਜਿਹੜਾ ਸਾਰਿਆਂ ਦਾ ਮੋਹਰੀ ਹੋਵੇ ਉਹ ਸਭ ਤੋਂ ਬਾਅਦ ਜਾਵੇ। ਇਹ ਨਹੀਂ ਹੋ ਸਕਦਾ। ਜਾਓ ਗੁਰੂ ਸਾਹਿਬ ਨੂੰ ਕਹਿ ਦਿਓ ਮੇਰਾ ਉਹਨਾਂ ਨਾਲ ਹੁਣ ਕੋਈ ਸਬੰਧ ਨਹੀਂ ਜੇ, ਮੈਂ ਉਹਨਾਂ ਦਾ ਲੰਗਰ ਨਹੀਂ ਛਕਣਾ। ਅਚੋ ਅਸਨ ਬ੍ਰਹਮਤ ਲਜਾਉ, ਜੇ ਮੈਂ ਹੁਣ ਸਭ ਤੋਂ ਬਾਅਦ ਲੰਗਰ ਛਕਾਂਗਾ, ਭੋਜਨ ਬਚਿਆ ਖੁਚਿਆ ਖਾਵਾਂਗਾ ਤਾਂ ਮੇਰੇ ਬ੍ਰਾਹਮਣ ਪੁਣੇ ਨੂੰ ਲਾਜ ਲੱਗੇਗੀ, ਕਿਉਂਕਿ ਸਾਡਾ ਬ੍ਰਾਹਮਣਾਂ ਦਾ ਵੀ ਕੋਈ ਨਿਯਮ ਹੈ, ਸਾਡੀ ਵੀ ਮਰਜ਼ਾਦਾ ਹੈ। ਅਸੀਂ ਸੁੱਚਾ ਭੋਜਨ ਚੌਂਕੇ 'ਚ ਬਹਿ ਕੇ ਮਰਜ਼ਾਦਾ ਨਾਲ ਛਕਦੇ ਹਾਂ, ਔਰ ਬਣਾਇਆ ਹੋਵੇ ਸੁੱਚਾ ਪਵਿੱਤਰਤਾ ਦੇ ਨਾਲ, ਬ੍ਰਾਹਮਣ ਨਹੀਂ ਬਣਾਇਆ ਹੋਵੇ, ਔਰ ਫਿਰ ਉਹ ਭੋਜਨ ਸਭ ਤੋਂ ਪਹਿਲਾਂ ਬ੍ਰਾਹਮਣ ਨੂੰ ਛਕਾਇਆ ਜਾਵੇ। ਇਹ ਸਾਡੀ ਮਰਜ਼ਾਦਾ ਹੈ। ਜੇ ਗੁਰੂ ਸਾਹਿਬ ਸਾਡੀ ਮਰਜ਼ਾਦਾ ਦੀ ਕਦਰ ਨਹੀਂ ਕਰਦੇ ਤਾਂ ਅਸੀਂ ਗੁਰੂ ਸਾਹਿਬ ਦਾ ਭੋਜਨ ਨਹੀਂ ਛਕਦੇ। ਗੁਰ ਢਿੱਗ ਕਹੀਏ ਅਰਦਾਸਾ, ਜਾ ਕੇ ਆਪਣੇ ਸਤਿਗੁਰੂ ਜੀ ਨੂੰ ਕਹਿ ਦਿਓ ਮੇਰੇ ਵੱਲੋਂ ਅਰਦਾਸ ਕਰੋ। ਜਿਨੇ ਆਏ ਤੁਹਾਰੇ ਪਾਸਾ, ਉਹਨਾਂ ਨੂੰ ਬੇਨਤੀ ਕਰੋ ਵੀ ਪੰਡਿਤ ਕੇਸੋ ਦਾਸ ਕਹਿੰਦਾ ਮੈਂ ਹੁਣ ਤੁਹਾਡੇ ਕੋਲ ਨਹੀਂ ਆਉਣਾ। ਸੁਣ ਕੇ ਆਨੰਦ ਚੰਦ ਕਹਿ ਬਾਨੀ, ਇਹ ਸੁਣ ਕੇ ਦੀਵਾਨ ਆਨੰਦ ਚੰਦ ਜੀ ਬੜੇ ਸਿਆਣੇ, ਬੜੇ ਠਰਮੇ ਨਾਲ ਗੱਲ ਕਰਨੀ ਜਾਣਦੇ ਸਨ। ਉਹਨਾਂ ਨੂੰ ਪਤਾ ਸੀ ਕਿ ਪੰਡਤ ਜੀ ਹੁਣ ਇੱਕਦਮ ਹੀ ਜਿਵੇਂ ਅੱਖਾਂ ਦੀ ਅੱਗ ਗਰਮ ਹੋ ਜਾਂਦੀ, ਫਟਾਫਟ ਇਹਨਾਂ ਗੁੱਸਾ ਆ ਗਿਆ ਤੇ ਹੁਣ ਹੀ ਪਿਆਰ ਨਾਲ 2 ਬਚਨ ਕਰਾਂਗੇ ਤੇ ਠੰਡੇ ਵੀ ਹੋ ਜਾਣਗੇ। तो बड़े तरीके नाल पंडित केसो दीवान आनंद चंद जी पंडित केसो दास नूं कहंदे हन, महाराज पंडित जी तुसीं विद्वान हो, गुणां दी खान हो, 6 शास्त्र 4 वेद 27 सिमरतियां 18 पुराण कर्म कांड आदिक सारे विषयां दे तुसीं पार कांड विद्वान हो। इतने प्रकांड विद्वान हो के गुस्सा क्यों करदे हो? महापुरुषो धीरज रखो, हौसला रखो, गुस्सा छड्डो। एक तुहानू सच कहने आ, गयो याद ते भूल न कोप चितारो। कुदरती साडी सिमरती चों साडे ख्याल चों तुसी भुल गए हो। अब तुम चल के अचो प्रसादू, चलो हुण गुस्सा छड्डो ते चल के मेहरबानी करो, प्रसादा छको। नर समान सतगुर ना पछानो, तुसी गुरु महाराज नूं आम बंदे वर्गा ना समझो। कोई आम आदमी होवे ते ओनू दा भुलेखा पै सकदा। तुसी तां महाराज दी ज़ारा शक्ति देखी होई है, तुसी महाराज नूं आम बंदियां वर्गा ना जानो। जगत ईश अवतार प्रमाण हो, ਉਹ ਜਗਤ ਦੇ ਮਾਲਕ ਹਨ, ਈਸ਼ਵਰ ਦਾ ਅਵਤਾਰ ਹਨ। ਤਿੰਨ ਸੰਗ ਰੁਸਣ ਕਿਮ ਬਨ ਆਵੇ, ਉਹਨਾਂ ਦੇ ਨਾਲ ਰੁਸਣਾ ਨਹੀਂ ਚਾਹੀਦਾ ਤੁਹਾਨੂੰ, ਇਹ ਰੁਸਣਾ ਠੀਕ ਨਹੀਂ ਹੈ। ਜਸ ਕਰੀਏ ਜਸ ਉਨਮਨ ਭਾਵੇ, ਤੁਹਾਨੂੰ ਐਸਾ ਕਰਨਾ ਚਾਹੀਦਾ ਹੈ ਕਿ ਜਿਹਦੇ ਕਰਕੇ ਕਲਗੀਧਰ ਜੀ ਤੁਹਾਡੇ ਤੇ ਖੁਸ਼ ਰਹਿਣ, ਪ੍ਰਸੰਨ ਰਹਿਣ। ਜਾਤ ਹੰਕਾਰ ਕਰੋ ਸਭ ਨਾਸੀ, ਆਪਣੀ ਜਾਤੀ ਦਾ ਹੰਕਾਰ ਵੀ ਪੰਡਤ ਜੀ ਛੱਡ ਦਿਓ। ਇਹ ਨਾ ਸੋਚ। ਇਹ ਸੁਣ ਕੇ ਪੰਡਤ ਕੇਸੋ ਦਾਸ ਬੋਲਿਆ, ਦੀਵਾਨ ਜੀ ਏਦਾਂ ਨਾ ਆਖੋ, ਗੁਰਬਾਕ ਵਿਚਾਰਨ ਕਰੀਏ। ਤੁਸੀਂ ਕਹਿ ਰਹੇ ਹੋ
ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਮਾਤਮਾ ਦਾ ਰੂਪ ਹਨ। ਜਗਤ ਈਸ਼ ਅਵਤਾਰ ਪ੍ਰਮਾਨੋ, ਨਰ ਸਮਾਨ ਸਤਿਗੁਰ ਨਾ ਪਛਾਨੋ। ਮਹਾਰਾਜ ਨੂੰ ਆਮ ਬੰਦੇ ਵਰਗਾ ਨਾ ਜਾਣੋ ਤੇ ਮਹਾਰਾਜ ਨੂੰ ਜਗਤ ਦਾ ਅਵਤਾਰ ਸਮਝੋ ਪ੍ਰਮਾਤਮਾ ਦਾ। ਹੇ ਆਨੰਦ ਚੰਦ ਜੀ, ਤੁਸੀਂ ਇਸ ਤਰ੍ਹਾਂ ਨਾ ਆਖੋ, ਬਲਕਿ ਆਪਣੇ ਗੁਰੂ ਦੀ ਬਾਣੀ ਪੜੋ। ਦੋਸ਼ ਲਗੇ ਬੋਲਤ ਹੋ ਜੈਸੇ, ਕਿਉਂਕਿ ਜੇ ਤੁਸੀਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਮਾਤਮਾ ਦਾ ਰੂਪ ਕਹੋਗੇ ਤਾਂ ਇਹਦੇ 'ਚ ਤੁਹਾਨੂੰ ਵੱਡਾ ਭਾਰੀ ਦੋਸ਼ ਲੱਗੇਗਾ। ਕਲਗੀਧਰ ਵਰਣਿਓ ਨਿਜ ਐਸੇ, ਕਿਉਂਕਿ ਗੁਰੂ ਮਹਾਰਾਜ ਨੇ ਤਾਂ ਆਪਣੀ ਬਾਣੀ 'ਚ ਇਸ ਤਰ੍ਹਾਂ ਲਿਖਿਆ ਹੈ, ਜੋ ਹਮਕੋ ਪਰਮੇਸ਼ਰ ਉਚਰ ਹੈ। ਮਹਾਰਾਜ 10ਵੇਂ ਪਾਤਸ਼ਾਹ ਜੀ ਦੀ ਪੰਕਤੀ ਹੈ ਬਚਿੱਤਰ ਨਾਟਕ ਵਿੱਚ। ਕੇਸੋਦਾਸ ਮਹਾਰਾਜ ਦੀ ਪੰਕਤੀ ਮਹਾਰਾਜ ਦੇ ਸਿੱਖ ਦੇ ਉਲਟ ਵਰਤ ਰਿਹਾ ਹੈ। ਕਹਿੰਦਾ ਦੇਖੋ ਦਾਨੰਦ ਚੰਦ ਜੀ, ਤੁਸੀਂ ਕਹਿੰਦੇ ਹੋ ਸਾਡੇ ਗੁਰੂ ਈਸ਼ਵਰ ਦਾ ਅਵਤਾਰ ਹਨ, ਪਰ ਤੁਹਾਡੇ ਗੁਰੂ ਕਹਿੰਦੇ ਨੇ ਜਿਹੜਾ ਸਾਨੂੰ ਪਰਮੇਸ਼ਰ ਕਹੇਗਾ, ਇਹ ਸਭ ਨਰਕ ਕੁੰਡ ਮਹਿ ਪਰ ਹੈ। ਉਹ ਜਿਹੜਾ ਸਾਨੂੰ ਪਰਮੇਸ਼ਰ ਕਹੇਗਾ ਉਹ ਨਰਕ ਕੁੰਡ ਵਿੱਚ ਪਵੇਗਾ, ਉਹ ਨਰਕ ਘੋਰ ਦੇ ਵਿੱਚ ਗੋਤੇ ਖਾਵੇਗਾ। ਇਸ ਕਰਕੇ ਗੁਰੂ ਜੀ ਤਾਂ ਕਹਿੰਦੇ ਆ ਸਾਨੂੰ ਪਰਮੇਸ਼ਰ ਕਹਿਣ ਵਾਲਾ ਨਰਕਾਂ ਨੂੰ ਜਾਏਗਾ। ਮੋਕੋ ਦਾਸ ਤਵਨ ਕਾ ਜਾਨੋ, 10ਵੇਂ ਪਾਤਸ਼ਾਹ ਨੇ ਪੰਕਤੀ ਲਿਖੀ ਹੈ ਵੀ ਮੈਨੂੰ ਤਾਂ ਵਾਹਿਗੁਰੂ ਦਾ ਦਾਸ ਜਾਣੋ। ਜਾਂ ਮੈਂ ਭੇਦ ਨਾ ਰੰਚ ਪਛਾਨੋ, ਇਸ ਗੱਲ ਵਿੱਚ ਰੰਚ ਮਾਤਰ ਵੀ ਭੇਦ ਨਹੀਂ ਕਿ ਮੈਂ ਵਾਹਿਗੁਰੂ ਦਾ ਦਾਸ ਹਾਂ। ਇੱਕ ਤੋਂ ਤਿੰਨ ਮੁਖ ਕੋ ਪਰਮਾਨਾ, ਇੱਕ ਤਾਂ ਭਾਈ ਆਨੰਦ ਚੰਦ ਤੁਹਾਡੇ ਗੁਰੂ ਦੀ ਬਾਣੀ ਦਾ ਹੀ ਪ੍ਰਮਾਣ ਹੈ, ਉਹੀ ਮੈਂ ਤੁਹਾਨੂੰ ਸੁਣਾਇਆ ਹੈ। ਦੂਜੇ ਔਰ ਸੁਨ ਹੋਦੇ ਕਾਨਾ, ਦੂਜੀ ਇੱਕ ਹੋਰ ਗੱਲ ਸੁਣੋ ਜਿਸ ਤੋਂ ਸਾਬਤ ਹੁੰਦਾ ਹੈ ਕਿ ਤੁਸੀਂ ਗੁਰੂ ਨੂੰ ਜੋ ਈਸ਼ਵਰ ਦਾ ਅਵਤਾਰ ਕਹਿ ਰਹੇ ਹੋ ਠੀਕ ਨਹੀਂ ਹੈ। ਜਬ ਪ੍ਰਗਟੀ ਚੰਡੀ ਖਲਖੰਡਾ, ਜਦੋਂ ਚੰਡੀ ਮੂਰਖਾਂ ਦਾ ਨਾਸ ਕਰਨ ਵਾਲੀ ਸ਼ਕਤੀ ਪ੍ਰਗਟ ਹੋਈ ਹੈ, ਦੇਖ ਭਿਆਨ ਚਕਤ ਨਵ ਖੰਡਾ, ਉਹਦਾ ਭਿਆਨਕ ਰੂਪ ਵੇਖ ਕੇ 9 ਖੰਡ ਸਾਰੀ ਧਰਤੀ ਅਸਤ ਵਿਅਸਤ ਹੋ ਗਈ ਸੀ। ਧਰਤੀ ਤੇ ਭੂਚਾਲ ਆਏ ਸਨ, ਪਹਾੜ ਆਪਸ ਟਕਰਾ ਗਏ ਸਨ, ਸਮੁੰਦਰ ਉਛਾਲੇ ਮਾਰਨ ਲੱਗਾ ਸੀ, ਨਦੀਆਂ ਉਛਲ ਪਈਆਂ ਸਨ, ਸੂਰਜ ਦੇ ਵਿੱਚੋਂ 10 ਗੁਣਾ ਜ਼ਿਆਦਾ ਗਰਮੀ ਪੈਦਾ ਹੋ ਗਈ ਸੀ। ਇਸ ਤਰ੍ਹਾਂ ਦੀ ਜਿਹੜੀ ਹਾਲਤ ਚੰਡੀ ਦੇ ਪ੍ਰਗਟ ਵੇ ਹੋਣ ਵੇਲੇ ਹੋਈ ਹੈ, ਤਬ ਧੀਰਜ ਉਰ ਰਹਿਓ ਨਾ ਕੋਈ। ਉਸ ਵੇਲੇ ਸਾਰੀ ਸ੍ਰਿਸ਼ਟੀ ਡੋਲ ਗਈ ਸੀ, ਕਿਸੇ ਦਾ ਵੀ ਹੌਸਲਾ ਨਹੀਂ ਸੀ ਰਿਹਾ, ਧੀਰਜ ਨਹੀਂ ਸੀ ਰਿਹਾ। ਦੇਖਤ ਨੈਂਦ ਮੂੰਦ ਲਿਓ ਦੋਹੀ, ਤੇ ਗੁਰੂ ਜੀ ਨੇ ਵੀ ਉਸ ਵੇਲੇ ਸ਼ਕਤੀ ਨੂੰ ਵੇਖ ਕੇ ਦੋਵੇਂ ਅੱਖਾਂ ਬੰਦ ਕਰ ਲਈਆਂ। ਪੰਡਤ ਕੇਸੋਦਾਸ ਇਸ ਗੱਲ ਤੇ ਇਤਰਾਜ਼ ਕਰ ਰਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਜੇ ਈਸ਼ਵਰ ਦਾ ਅਵਤਾਰ ਹਨ ਤਾਂ ਜਗਤ ਮਾਤ ਚੰਡਕਾ ਦੇ ਦਰਸ਼ਨ ਕਰਕੇ ਅੱਖਾਂ ਕਿਉਂ ਬੰਦ ਕੀਤੀਆਂ ਹਨ? ਜੇ ਅਵਤਾਰ ਹੁਤੇ ਤਿਸ ਕਾਲਾ, ਜੇ ਪਰਮੇਸ਼ਰ ਦਾ ਅਵਤਾਰ ਹੁੰਦੇ ਚੰਡੀ ਦਾ ਰੂਪ ਵੇਖ ਕੇ ਅੱਖਾਂ ਬੰਦ ਨਾ ਕਰਦੇ ਧੀਰਜ ਧਾਰਤ ਹਿਰਦੈ ਵਿਸ਼ਾਲਾ, ਤੇ ਬੜੇ ਹੌਸਲੇ ਨਾਲ ਧੀਰਜ ਨਾਲ ਉਹਦੇ ਵੱਲ ਦੇਖਦੇ ਰਹਿੰਦੇ। ਜਾਤੇ ਮੋਹਿ ਪ੍ਰਤੀਤ ਨਾ ਆਵੇ, ਇਸ ਕਰਕੇ ਦੀਵਾਨ ਆਨੰਦ ਚੰਦ ਜੀ ਮੇਰਾ ਹੁਣ ਇਸ ਗੱਲ ਤੇ ਵਿਸ਼ਵਾਸ ਨਹੀਂ ਆਉਂਦਾ। ਤੁਸੀਂ ਕਹਿੰਦੇ ਹੋ ਈਸ਼ਵਰ ਦਾ ਅਵਤਾਰ ਹਨ, ਪਰ ਜੇ ਈਸ਼ਵਰ ਦਾ ਅਵਤਾਰ ਆਪਣੀ ਬਾਣੀ 'ਚ ਕਹਿੰਦੇ ਮੈਨੂੰ ਕੋਈ ਕਹੇਗਾ ਤੇ ਉਹ ਨਰਕਾਂ 'ਚ ਪਵੇਗਾ। ਨਾਲੇ ਉਹਨਾਂ ਦੇ ਸ਼ਕਤੀ ਨੂੰ ਵੇਖ ਕੇ ਅੱਖਾਂ ਵੀ ਬੰਦ ਕਰ ਲਈਆਂ। ਇਹਨਾਂ ਦੋਵਾਂ ਕਾਰਨਾਂ ਤੋਂ ਮੈਨੂੰ ਸ਼ੰਕਾ ਪਿਆ ਹੈ। ਤੂੰ ਸਭ ਜਾਣੋ ਬਿਨਾ ਅਲਾਵੇ, ਤੂੰ ਬਿਨਾਂ ਜਾਣੇ ਹੀ ਏਦਾਂ ਦੀਆਂ ਗੱਲਾਂ ਕਰ ਰਿਹਾ ਦੀਵਾਨ ਆਨੰਦ ਚੰਦ। ਤੈਨੂੰ ਗੁਰੂ ਦੀ ਬਾਣੀ ਦਾ ਤੇ ਗੁਰੂ ਦੇ ਸਿਧਾਂਤ ਦਾ ਪਤਾ ਨਹੀਂ ਹੈ। ਆਨੰਦ ਚੰਦ ਤਬ ਬਾਕ ਬਖਾਨਾ, ਇਹ ਸੁਣ ਕੇ ਪੰਡਤ ਕੇਸੋਦਾਸ ਦੀ ਗੱਲ ਭਾਈ ਆਨੰਦ ਚੰਦ ਜੀ ਦੀਵਾਨ ਬੋਲੇ, ਸੁਨੋ ਵਿਪਰ ਤੁਮ ਭੇਵ ਨਾ ਜਾਣਾ। ਕਹਿਣ ਲੱਗੇ ਨਹੀਂ ਪੰਡਤ ਜੀ, ਸਾਨੂੰ ਤਾਂ ਪਤਾ ਹੈ, ਤੁਹਾਨੂੰ ਪਤਾ ਕੋਈ ਨਹੀਂ। ਆਖੋ ਸਤਨਾਮ ਸ੍ਰੀ। ਇੱਥੇ ਹੀ ਦਾ ਭੇਦ ਹੁਣ ਖੁੱਲਣਾ ਸਾਧ ਸੰਗਤ ਜੀ। ਜਿਹੜੇ ਸਵਈਏ ਅੱਗੇ ਆਉਣੇ ਆ ਨਾ, ਇੱਥੋਂ ਗੱਲ ਮੁੱਕਣੀ ਹੈ ਵੀ ਪੰਡਤ ਹੋਣਾ ਹੋਰ ਗੱਲ ਹੈ, ਵਿਦਵਾਨ ਹੋਣਾ ਹੋਰ ਗੱਲ ਹੈ, ਪਰ ਆਨੰਦ ਸਿੱਖ ਹੋਣਾ ਬੜੀ ਉੱਚੀ ਗੱਲ ਹੈ। ਜੈਸੋ ਗੁਰਸਿੱਖ ਦਾ ਰੁਤਬਾ ਹੈ ਜੈਸਾ, ਐਸਾ ਸੰਸਾਰ ਵਿੱਚ ਕੋਈ ਨਹੀਂ। ਪੰਡਤ ਗੁਣੀ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਭਗਤ ਦੀ ਮਹਿਮਾ ਵੱਡੀ ਮਹਾਨ ਹੈ। ਦੀਵਾਨ ਆਨੰਦ ਚੰਦ ਜੀ ਬੋਲੇ, ਪੰਡਤ ਜੀ ਤੁਸੀਂ ਤਾਂ ਮੈਨੂੰ ਕਹਿ ਰਹੇ ਹੋ ਵੀ ਗੁਰੂ ਦਾ ਭੇਦ ਸਾਨੂੰ ਨਹੀਂ ਆਇਆ। ਮਾਫ ਕਰਨਾ ਪੰਡਤ ਜੀ, ਮੈਨੂੰ ਲੱਗਦਾ ਤੁਹਾਨੂੰ ਗੁਰੂ ਦੀ ਸਮਝ ਨਹੀਂ ਆਈ। ਕਿਸੇ ਤੇ ਸੰਸਾ ਉਰ ਤੋਰੇ, ਤਾਂ ਹੀ ਤੁਹਾਡੇ ਮਨ 'ਚ ਸੰਸਾ ਹੈ। ਕਿਉਂਕਿ ਜਿਹਦੇ ਮਨ ਵਿੱਚ ਸੰਸਾ ਹੈ, ਸਮਝੋ ਉਹਦੇ ਮਨ 'ਚ ਕੋਈ ਕਮਜ਼ੋਰੀ ਹੈ, ਕੋਈ ਅਗਿਆਨਤਾ ਹੈ, ਕਿਸੇ ਗੱਲ ਦਾ ਉਹਨੂੰ ਭੇਦ ਨਹੀਂ ਹੈ, ਤਾਂ ਹੀ ਸੰਸਾ ਕਰ ਰਿਹਾ। ਸੰਸਾ ਹੁੰਦਾ ਹੀ ਉੱਥੇ ਜਿੱਥੇ ਅਧੂਰਾ ਗਿਆਨ ਹੋਵੇ। ਜਿੱਥੇ ਪੂਰਾ ਗਿਆਨ ਹੋ ਜੇ ਉੱਥੇ ਸੰਸਾ ਨਹੀਂ ਰਹਿੰਦਾ। ਨਿਰਣੈ ਕਰ ਗੁਣੀ ਹੈ ਬਚ ਮੋਰੇ, ਇਸ ਕਰਕੇ ਨਿਰਣੈ ਕਰਕੇ ਮੇਰੇ ਬਚਨਾਂ ਨੂੰ ਚੇਤੇ ਕਰੋ, ਵਿਚਾਰੋ। ਗੁਰੂ ਭਗਤ ਬਾਪ ਭੇ ਅਵਤਾਰਾ, ਆਖੋ ਸਤਨਾਮ ਸ੍ਰੀ। ਪਹਿਲਾ ਜਿਹੜਾ ਉਹਨੇ ਪ੍ਰਮਾਣ ਦਿੱਤਾ ਸੀ ਉਹਦਾ ਦੀਵਾਨ ਜੀ ਜਵਾਬ ਦੇਣ ਲੱਗੇ।
ਇਹ ਸਾਧ ਸੰਗਤ ਜੀ ਬਹੁਤ ਲੋਕਾਂ ਨੂੰ ਸ਼ੰਕਾ ਅੱਜ ਵੀ ਪੈ ਜਾਂਦਾ ਹੈ। ਕਈ ਵਾਰੀ ਜਦੋਂ ਕੋਈ ਕਥਾਵਾਚਕ ਪ੍ਰੇਮੀ ਗੁਰੂ ਕਾ ਲਾਲ ਗੁਰੂ ਕਾ ਸਿੱਖ ਕਹਿ ਦਿੰਦਾ ਮੇਰੇ ਬਾਜਾਂ ਵਾਲੇ ਪ੍ਰਮਾਤਮਾ ਦਾ ਹੀ ਰੂਪ ਹਨ, ਕਲਗੀਧਰ ਪਾਤਸ਼ਾਹ ਤੇ ਖੁਦਾ ਨਿਰੰਕਾਰ ਵਾਹਿਗੁਰੂ 'ਚ ਕੋਈ ਭੇਦ ਨਹੀਂ ਹੈ, ਹਰ ਇੱਕ ਸ਼ਰਧਾਵਾਨ ਸਿੱਖ ਦਾ ਨਿਸ਼ਚਾ ਹੁੰਦਾ, ਤਾਂ ਉਦੋਂ ਤਰਕਵਾਦੀ ਜਿਹੜਾ ਨੇ ਸਾਧ ਸੰਗਤ ਦੀ ਬਾਣੀ ਨੂੰ ਪੂਰੇ ਤਰ੍ਹਾਂ ਧਿਆਨ ਨਾਲ ਨਹੀਂ ਪੜ੍ਹਿਆ ਹੁੰਦਾ, ਉਹ ਗੁਰੂ ਦੀ ਬਾਣੀ 'ਚੋਂ ਇਹ ਦੋ ਪੰਕਤੀਆਂ ਲਿਆ ਕੇ ਅੱਗੇ ਰੱਖ ਦਿੰਦੇ ਹਨ। ਉਹ ਕਹਿੰਦੇ ਦੇਖੋ ਜੀ ਤੁਸੀਂ ਗੁਰੂ ਕਲਗੀਧਰ ਨੂੰ ਰੱਬ ਦਾ ਰੂਪ ਕਹਿੰਦੇ ਹੋ ਤੇ ਗੁਰੂ ਸਾਹਿਬ ਕਹਿੰਦੇ ਆ ਜੋ ਹਮਕੋ ਪਰਮੇਸ਼ਰ ਹੀ ਉਚਰੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਤੁਸੀਂ ਮਹਾਰਾਜ ਦੀ ਬਾਣੀ ਦੇ ਉਲਟ ਕਿਉਂ ਬੋਲ ਰਹੇ ਹੋ? ਅੱਜ ਵੀ ਇਹ ਗੱਲ ਚੱਲਦੀ ਹੈ। ਬਹੁਤ ਸਾਰੇ ਜਦੋਂ ਬਾਣੀ ਪੜ੍ਹਦੇ ਨੇ ਸ਼ੰਕਾ ਇਹ ਤਾਂ ਪੈਂਦਾ ਹੀ ਰਹਿਣਾ, ਤੇ ਗੁਰੂ ਕੇ ਸਿੱਖਾਂ ਨੂੰ ਜਵਾਬ ਵੀ ਬਾਣੀ 'ਚੋਂ ਹੀ ਮਿਲਣਾ, ਇਤਿਹਾਸ 'ਚੋਂ ਮਿਲਣਾ। ਇਸ ਕਰਕੇ ਸੂਰਜ ਪ੍ਰਕਾਸ਼ ਦੀ ਕਥਾ ਵੀ ਸਾਧ ਸੰਗਤ ਜੀ ਬੰਦ ਨਹੀਂ ਹੋਣੀ ਚਾਹੀਦੀ। ਹਰ ਗੁਰਦੁਆਰੇ ਵਿੱਚ ਇਹਦੀ ਕਥਾ ਹੁੰਦੀ ਸੀ ਤੇ ਖਾਲਸਾ ਪੰਥ ਤਿਆਰ ਬਰ ਤਿਆਰ ਸੀ। ਅੱਜ ਗੁਰਦੁਆਰਿਆਂ 'ਚੋਂ ਕਥਾ ਬੰਦ ਹੋ ਗਈ ਹੈ ਤੇ ਨੌਲੇਜ ਬਿਲਕੁਲ ਸੁੰਗੜਦੀ ਜਾ ਰਹੀ ਹੈ। ਦਸਾਂ ਗੁਰੂਆਂ ਦੇ ਇਤਿਹਾਸ ਦਾ ਕਿਸੇ ਨੂੰ ਪਤਾ ਹੀ ਨਹੀਂ। ਜਿਨ੍ਹਾਂ ਨੇ ਗੁਰਪ੍ਰਤਾਪ ਸੂਰਜ ਦੇ ਦਰਸ਼ਨ ਨਹੀਂ ਕੀਤੇ ਉਹਨਾਂ ਨੂੰ ਗੁਰੂ ਇਤਿਹਾਸ ਦਾ ਕੱਖ ਨਹੀਂ ਪਤਾ, ਤੇ ਜਿਹੜੇ ਗੁਰਪ੍ਰਤਾਪ ਸੂਰਜ ਦੀ ਅੱਜ ਬਦਨਾਮੀ ਕਰਦੇ ਆ, ਜਿੰਨਾ ਇਤਿਹਾਸ ਦਸਾਂ ਗੁਰੂਆਂ ਦਾ ਉਹ ਸੁਣਾਉਂਦੇ ਆ, ਸਾਰਾ ਇਹਦੇ ਵਿੱਚੋਂ ਹੀ ਸੁਣਾਉਂਦੇ ਆ, ਇਹਦੇ ਵਿੱਚੋਂ ਹੀ ਸੁਣਾ ਕੇ ਇਸੇ ਦਾ ਹੀ ਖੰਡਨ ਕਰੀ ਜਾਂਦੇ ਆ। ਸੋ ਸਾਧ ਸੰਗਤ ਜੀ, ਪੰਡਤ ਕੇਸੋ ਦਾਸ ਨੇ ਸਵਾਲ ਖੜਾ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਬਾਣੀ 'ਚ ਕਹਿੰਦੇ ਆ ਜੋ ਹਮਕੋ ਪਰਮੇਸ਼ਰ ਹੀ ਉਚਰੈ ਤੇ ਸਭ ਨਰਕ ਕੁੰਡ ਮੈਂ ਪਰ ਹੈ, ਤੇ ਦੀਵਾਨ ਜੀ ਤੁਸੀਂ ਕਹਿੰਦੇ ਹੋ ਵੀ ਸਾਡਾ ਗੁਰੂ ਹਰੀ ਦਾ ਅਵਤਾਰ ਹੈ, ਪਰਮੇਸ਼ਰ ਦਾ ਅਵਤਾਰ ਹੈ, ਇਹਦਾ ਜਵਾਬ ਦਿਓ। ਸੁਣ ਕੇ ਕੀ ਕਹਿ ਰਹੇ ਨੇ ਭਾਈ ਆਨੰਦ ਚੰਦ ਜੀ? ਕਹਿੰਦੇ ਦੇਖੋ ਪੰਡਿਤ ਜੀ, ਗੁਰੂ ਭਗਤ ਪੇ ਹਰ ਅਵਤਾਰਾ, ਗੁਰੂ ਭਗਤ ਬੱਪ ਇਹ ਅਵਤਾਰਾ। ਜਿਹੜੇ ਗੁਰੂ ਸਾਹਿਬ ਦਸਗੁਰੂ ਨੇ ਨਾ, ਇਹ ਪਰਮੇਸ਼ਰ ਦਾ ਅਵਤਾਰ ਨੇ, ਪਰ ਕਿਹੜੇ ਰੂਪ 'ਚ? ਭਗਤ ਦੇ ਰੂਪ ਵਿੱਚ ਆਏ ਨੇ। ਸਾਧ ਰੂਪ ਆਪਣਾ ਤਨ ਧਾਰਿਆ, ਆਪਣੇ ਆਪ ਨੂੰ ਪਰਮੇਸ਼ਰ ਨਹੀਂ ਕਹਾਇਆ, ਬਲਕਿ ਦਾਸ ਭਾਵ ਵਿੱਚ ਰਹਿ ਕੇ ਆਪਣੇ ਆਪ ਨੂੰ ਪਰਮੇਸ਼ਰ ਦਾ ਦਾਸ, ਮੋਕੋ ਦਾਸ ਤਵਨ ਕਾ ਜਾਨੋ, ਜਾਂ ਮੈਂ ਭੇਦ ਨਾ ਰੰਜ ਪਛਾਨੋ, ਆਪਸ ਕੋ ਜੋ ਜਾਣੈ ਨੀਚਾ, ਸੋਊ ਗਨੀਐ ਸਭ ਤੇ ਉੱਚਾ। ਇਹ ਤਾਂ ਗੁਰੂ ਸਾਹਿਬ ਦੀ ਵਡਿਆਈ ਹੈ, ਆਪਣੇ ਆਪ ਨੂੰ ਪਰਮੇਸ਼ਰ ਦਾ ਦਾਸ ਕਹਿੰਦੇ ਹਨ। ਪੂਰਬ ਰੂਪ ਨਾ ਕਰਹਿ ਉਚਾਰਾ। ਮਹਾਰਾਜ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣਾ ਜਿਹੜਾ ਪਹਿਲਾ ਰੂਪ ਹੈ ਉਹਨੂੰ ਪ੍ਰਗਟ ਨਹੀਂ ਕਰਦੇ। ਉਹ ਤਾਂ ਰੂਪ ਹੈ ਚੱਕਰ ਚੈਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ, ਅਚਲ ਮੂਰਤ ਅਨ ਭਉ ਪ੍ਰਕਾਸ਼ ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸ਼ਾਹੇ ਸਾਹਾਨ ਗਣਿਜੈ। ਮਹਾਰਾਜ ਦਾ ਆਪਣਾ ਹੀ ਸਰੂਪ ਹੈ, ਆਤਮ ਸਰੂਪ ਹੈ, ਪਰ ਆਪਣੇ ਮੂੰਹ ਤੋਂ ਨਹੀਂ ਕਹਿੰਦੇ, ਬਲਕਿ ਆਪਣੇ ਮੂੰਹ ਤੋਂ ਕਹਿੰਦੇ ਮੋਕੋ ਦਾਸ ਤਵਨ ਕਾ ਜਾਨੋ, ਮੈਂ ਉਹਦਾ ਦਾਸ ਆ। ਇਹ ਮਹਾਰਾਜ ਭਗਤੀ ਕਰਕੇ ਐਸਾ ਕਹਿੰਦੇ ਹਨ। ਜੋ ਸਵਾਂਗੀ ਜਗ ਸਵਾਂਗ ਬਣਾਵੇ, ਜਿਵੇਂ ਕੋਈ ਸਵਾਂਗੀ, जैसे एक स्वांगी कहूँ जोगिया बैरागी बन, कब हूँ संन्यास भेख बन के दिखावई। आ ਜਿਹੜੇ ਸਾਧ ਸੰਗਤ ਜੀ ਬਹੁਤ ਰੂਪੀਏ ਹੁੰਦੇ ਨੇ, ਸਵਾਂਗੀ ਹੁੰਦੇ ਨੇ, ਇਹ ਕਈ ਤਰ੍ਹਾਂ ਦੇ ਸਵਾਂਗ ਬਣਾ ਕੇ ਆਉਂਦੇ ਨੇ। ਕਈ ਵਾਰੀ ਪੁਲਿਸ ਵਾਲੇ ਬਣ ਕੇ ਆ ਜਾਂਦੇ ਨੇ, ਕਈ ਵਾਰੀ ਡਾਕੂ ਬਣ ਕੇ ਆ ਜਾਂਦੇ ਨੇ, ਕਈ ਵਾਰੀ ਪਠਾਨ ਬਣ ਕੇ ਆ ਜਾਂਦੇ ਨੇ, ਕਦੀ ਹਨੂਮਾਨ ਬਣ ਕੇ ਆ ਜਾਂਦੇ ਨੇ, ਮੰਗਦੇ ਨੇ ਬਾਜ਼ਾਰਾਂ। ਉਹ ਜਿਹੜੇ ਸਵਾਂਗੀ ਹੁੰਦੇ ਨੇ ਜਗਤ ਨੂੰ ਆਪਣਾ ਸਵਾਂਗ ਬਣਾ ਕੇ ਦਿਖਾਉਂਦੇ ਨੇ। ਤਸ ਕਿਰਿਆ ਕਰ ਕਥਾ ਅਲਾਵੇ, ਹੁਣ ਜਿੱਦਾਂ ਦਾ ਸਵਾਂਗ ਕੀਤਾ ਹੋਵੇ ਨਾ ਉਦਾਂ ਦੀ ਬੋਲੀ ਬੋਲਦੇ ਨੇ। ਜੇ ਪਠਾਣਾ ਵਾਲੇ ਕੱਪੜੇ ਪਠਾਣਾ ਦਾ ਸਵਾਂਗ ਕਰਦੇ ਫਿਰ ਪਠਾਣਾ ਵਾਲੀ ਬੋਲੀ ਬੋਲਣਗੇ, ਉਦਾਂ ਹੀ ਆ ਕੇ ਗੱਲ। ਜੇ ਪੁਲਿਸ ਵਾਲਿਆਂ ਦੀ ਵਰਦੀ ਪਾ ਕੇ ਆਉਂਦੇ, ਕਈ ਵਾਰੀ ਸ਼ਹਿਰਾਂ 'ਚ ਮੰਗਣ ਆ ਜਾਂਦੇ ਆ, ਜਦੋਂ ਉਹ ਪੁਲਿਸ ਵਾਲਿਆਂ ਦੀ ਵਰਦੀ ਬਣਾ ਕੇ ਆਉਂਦੇ ਆ ਪਾ ਕੇ, ਉਦੋਂ ਪੁਲਿਸ ਵਾਲਿਆਂ ਦੀ ਬੋਲੀ 'ਚ ਗੱਲ ਕਰਦੇ ਆ। ਜਦੋਂ ਹਨੂਮਾਨ ਬਣ ਕੇ ਆਉਂਦੇ ਆ ਉਦੋਂ ਹਨੂਮਾਨ ਦੀ ਬੋਲੀ ਬਣਾ ਲੈਂਦੇ ਆ। ਜਦੋਂ ਸ਼ਿਵ ਜੀ ਦਾ ਰੂਪ ਧਾਰਨ ਕਰਕੇ ਆਉਂਦੇ ਫਿਰ ਸ਼ਿਵ ਜੀ ਵਾਲੀ ਬੋਲੀ ਬੋਲਦੇ ਆ। ਇਸੇ ਤਰ੍ਹਾਂ ਪਰਮੇਸ਼ਰ ਜਿਹੜੇ ਰੂਪ 'ਚ ਵੀ ਦੁਨੀਆ ਤੇ ਆਉਂਦਾ ਹੈ ਉਸੇ ਰੂਪ ਦੀ ਬਾਣੀ ਬੋਲਦਾ ਹੈ। ਆਖੋ ਸਤਨਾਮ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਪਰਮੇਸ਼ਰ ਦੇ ਭਗਤ ਅਵਤਾਰ ਹੋਏ ਹਨ, ਇਸ ਕਰਕੇ ਉਹਨਾਂ ਨੇ ਭਗਤਾਂ ਵਾਲੀ ਬੋਲੀ ਬੋਲੀ ਹੈ। ਆਪਣੇ ਆਪ ਨੂੰ ਪਰਮੇਸ਼ਰ ਜਾਣ ਕੇ, ਆਪਣੇ ਆਪ ਨੂੰ ਪਰਮੇਸ਼ਰ ਨਾਲ ਅਭੇਦ ਕਰਕੇ ਵੀ ਆਪਣੇ ਮੂੰਹ ਤੋਂ ਇਹ ਨਹੀਂ ਕਿਹਾ ਮੈਂ ਪਰਮੇਸ਼ਰ। ਇਹੀ ਬਚਨ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਨੂੰ ਸਮਝਾਏ ਸਨ ਕਿ ਪੁਰਖਾ 3 ਬਚਨ ਸਾਡੇ ਯਾਦ ਰੱਖੀ। ਹਿਰਦੇ ਗਿਆਨ, ਹਿਰਦੇ ਵਿੱਚ ਤਾਂ ਇਹੀ ਸਮਝਣਾ ਕਿ ਮੈਂ ਅਹੰ ਬ੍ਰਹਮ ਅਸਮੀ, ਮੈਂ ਉਹ ਬ੍ਰਹਮੀ ਹਾਂ, ਮੈਂ ਪਰਮੇਸ਼ਰ ਵੀ, ਅਕਾਲ ਪੁਰਖ ਦਾ ਹੀ ਰੂਪ ਹਾਂ, ਮੇਰੇ ਵਿੱਚ ਤਾਂ ਕੋਈ ਫਰਕ ਨਹੀਂ। ਪਰ ਮੂੰਹ ਤੋਂ ਨਾ ਕਵੀ, ਮੂੰਹ ਤੋਂ ਮੁੱਖ ਭਗਤੀ, ਮੈਂ ਤੇਰਾ ਦਾਸ ਹਾਂ,
मैं तेरा सेवक हाँ, तू मात पिता हम बारक तेरे, तुमरी कृपा मैं सुख कनेरे, कोई ना जाना तुमरा अंत, उच्चे ते उच्चा भगवंत। इदां दी बाणी बोली मूँह तो, ये दास भाव दी बोली है। ते हृदय च ज्ञान होवे कि अहं ब्रह्म अस्मि, मैं ब्रह्म रूपी हाँ। तीसरा बचन ये कहा सी भी वर्तन वैराग दी रखी, ये दुनिया विच मैं आया हाँ चले जाना है, इत्थे पक्का डेरा एक दिन दा भी नहीं, डड्डा डेरा ये नहीं, जै डेरा तै जानुआ डेरा का संजमो, गुर का शब्द पछाण। इस तरह की सिक्ख्या गुरु नानक देव जी तो गुरु गोबिंद सिंह तक लगातार चली आई है। 10 पातशाहियां ने अपने आप नूं ब्रह्म रूप जाणिया है, पर मूँह तो की कहा, असीं उस वाहिगुरू दे दास हाँ। नीचा अंदर नीच जात, नीची हूँ अत नीच, नानक तिनकै संग साथ वड्डिया स्यों क्या रीस, जिथे नीच संभालीन तिथे नदर तेरी बख्शीश। ते दुनिया विच परौणे बन के रहे ने भी आए हैं ते चले जाना, किसी चीज़ नाल मोह नहीं कीता। ये 10 पातशाहियां दी मर्यादा पंडित जी तुहानू इस दा पता नहीं है। शुकर रूप धरा गुण खानी। तुसीं ये दसो 24 अवतारां दी कथा पंडित जी तुहाडे ग्रंथां 'च लिखी है ना, मच्छ अवतार परमेश्वर ने धारिया सी, मच्छी बनिया सी, बंदे नालों ते मच्छी थल्ले दी चीज़ है ना, पर परमेश्वर दा अवतार वो भी है। पहला सब तो मच्छ अवतार ही है, क्योंकि जदों सृष्टि की रचना हुई है पहला जीवन कित्थे समुद्र पानी चों होया, ते पानी चों मच्छी पैदा होएगा ना, तो पहला मच्छ अवतार, फिर कच्छ अवतार, फिर बराह अवतार। बराह की हुंदा सूर, जदों संखासुर दानव ने चुक के वेद समुंदर सुट दिते, धरती पताल सुट दिती, हुण भगवान अगे देवतियां ने पुकार की, महाराज सानू इस संखासुर तो बचाओ। तो भगवान ने फिर उस वेले मच्छ अवतार धारिया, फिर कच्छ अवतार धारिया, ते फिर साध संगत जी हिरण्यकशिप नाम के दैत नूं मारन लई, जो हिरणाक्ष दा वड्डा भरा सी, उहनूं मारन लई सूर दा रूप धारण कीता, धरती नूं जाड़ां उत्ते चक के ते बाहर कढ के लिआंदा। हुण इह भगवान दे 24 अवतारां चों एक अवतार होया जिहनूं सूर दा अवतार कहंदे आ। जदों भगवान सूर दा अवतार धारिया सी उदों बोली किदां दी बोली होनी है, उदां कोई संस्कृत थोड़ा बोली होनी उत्थे, बल्कि उस वेले कुर कीता सी भगवान ने। यह भी उहदी हवा बोली है, वो सारियां बोलियां च बोल रहा। महाराज तो बाणी च लिखदे भी चीटी ते कुंचर अस्तूला, सब पर कृपा दृष्ट कर फूला। कीड़ी तो लैके हाथी सारे च भगवान ही बोल रहा है। कुर शब्द क्रिया इस ठानी। जदों भगवान ने सूअर दा रूप धारण कीता सी, धरती नूं समुंदर चों उपर कढण, पताल चों उपर लियाण वास्ते, उस वेले भगवान बोली किहड़ी बोलिया सी दसो? संस्कृत दे श्लोक बोलिया सी कोई, जां वेदां दे श्लोक बोलिया सी? नहीं ना, की बोलिया सी? घुर कीती सी उदों। पर तुसी सारे उस आवाज़ नूं भी नमस्कार करदे कि भगवान दी आवाज़ है। हाँ जी, नरसिंह रूप बनाए बहोरी। फिर जदों हरणाक्ष नूं मारिया सी, भगत प्रहलाद दी रखिया कीती सी, उदों नरसिंह दा अद्धा शेर दा ते अद्धा मनुख दा स्वरूप धारण करके उहनूं मारिया सी। गर्ज क्रिया तस्करी ना औरी। उस वेले भगवान किद्दां बोलिया सी? जिवें बब्बर शेर दहाड़दा है, इदां दहाड़िया सी, गरजिया सी। ओहदी गर्जना नाल तिन्ने लोक डोल गए सन ते 14 तबक कंब गए सन, खंडा ब्रह्मंडां 'च हलचली मच गई सी, राक्षसां दे सीने पाट गए सन, ते हरणाक्ष नूं भगवान ने मारिया सी। इस विद लखियो गत इनकेरी। इस तरह वो समय दा अवतार मच्छ सी, कच्छ सी, बराह सी, नरसिंह सी, ते फिर परशुराम भी सी, फिर रामचंद्र जी सी, कृष्ण सी, सूरज सी, चंद्रमा सी, ये सारे उहदे परमेश्वर दे रूप ने। ये 24 अवतारां दी कथा पढ़ लो ना, पूरी साइंटिफिक है साध संगत जी। पर कोई पढ़ाने वाला होवे ते कोई पढ़न वाला होवे। नास्तिक बंदे नूं की पढ़ाईए ते की पढ़ीए? जो इस दुनिया 'च होया सब तो पहला मींह पिया होएगा, ये सारे आपां जाणदे हां। जिन्हें भी डार्विन की थ्योरी वाले विकासवादी वो भी यही गल कहंदे आ भी पहला बरसा होई, उत्थों कीड़े मकौड़े, मच्छियां, फिर कच्छू ते सप, ते फिर इदां दे फिर 4 पाए जानवर, फिर मनुख का बहुत ज़्यादा सोधिया होया रूप कुदरत ने पैदा किया 84 लख जूनां विचों। तो मच्छ पहला अवतार ना होया परमेश्वर का, जिथे परमेश्वर की सत्ता का संपूर्ण होया किसी जीव के रूप में, वो पहला अवतार है। आखो सतनाम श्री। फिर प्रकाश करने लई सूरज का रूप है, चंद्रमा का रूप है, धरती का रूप है, हवा का रूप है, पानी का रूप है, अग का रूप है, वो सारे रूप धारण करी बैठा है। ते पंडित जी अज उन्हें रूप धारण कर लिया कलगियां वाले का, अज वो बाजा वाला बन के आया है। भगत रीत की रहत कनेरी। इस जामे च भगत बन के आया है। अपने आप नूं परमेश्वर को आ ही नहीं सकता, क्योंकि भगत तो हमेशा भगवान का बन के रहिंदा। वो भगवान नालों एक ऐसी विथ रखता है भावना वाली,
ਹੁੰਦੀ ਕੋਈ ਨਹੀਂ ਵਿਥ, ਹੁੰਦਾ ਇੱਕੋ ਹੀ ਹੈ, पर सत्कार हुंदा भगवान तू बहुत वड्डा है। हम पापी तुम पाप खंडन, निको ठाकुर देसा। हम मैले तुम उज्जल करते, हम निर्गुण तू दाता। हम मूर्ख तू चतर सियाणे, तू सर्व कला का ज्ञाता। जिहड़ा गुरु ग्रंथ साहिब विच शब्द आउंदा है कि अकाल पुरख वाहिगुरू दी खेड कैसी अचरज है, इंगै निर्गुण उंगै सरगुण, केल करत विच स्वामी मेरा। उधर भगवान ईश्वर सरगुण है, इधर जीव बेचारा निर्गुण है। मैं निर्गुण यारे को गुण नाई, आपे तरस प्योई। तरस पया मेहरामत होई, सतगुर सज्जन मिलिया। नानक नाम मिलै तां जीवा तन मन थीवै हरिया। तो भगत रूप विच आए हन। इस करके महाराज ने अपनी बाणी च कहा है, जो हमको पर जिहड़ा साडे शरीर नूं परमेश्वर कहेगा, आखो सतनाम श्री वाहिगुरू। किसे देह नूं मन लैना ये रब है। जिवें साध संगत जी सनातन धर्म च बड़ा डूंगा ज्ञान ऋषियां मुनियां ने प्रगट किया, पर बाहर वालियां दा भुलेखा फिर नहीं मिटिया। भावें वेदां शास्त्रां च लिखिया ब्रह्म विष्णु मैं भेद न लई है, शास्त्र सिमरत भीतर इम कही है, पर ब्रह्मा दे पुजारी विष्णु नूं माड़ा कहंदे है। विष्णु दे पुजारी शिव जी दी निंदा कर दिंदे है। शिव जी दे पुजारी विष्णु नूं माड़ा समझदे है। इत्थों तक भी विष्णु दे अवतार श्री रामचंद्र जी ते विष्णु दे अवतार भगवान कृष्ण जी हैं, दोवें इक्को शक्ति दे अवतार हैं। पर तुलसीदास जी ने जदों द्वारका में जाके भगवान कृष्ण जी का मंदिर वेख्या, मत्था नहीं टेकिया। कहंदे सीस मुकट कट काशनी, कैसे बने हो नाथ। तुलसी माथा तो निवै धनुष बाण होए हाथ। हालांकि तुलसीदास नूं असीं ब्रह्म ज्ञानी मनदे हां। कहंदे कृष्ण मूर्ति नूं मत्था नहीं टेकना। क्यों नहीं टेकना? कहंदे मैं नहीं टेकना, इत्थे धनुषबाण होना चाहिदा सी, इधर लक्ष्मण इधर सीता होनी चाहिदी सी। ये तां एक बंसरी वाला खड़ा है, ना तीर कमान है, ना इत्थे सीता है, ना लक्ष्मण है। उस करके धड़ा धमादड़ा नूं तां पैना ही पैना। अज जिन्ने हिंदुस्तान च अज आपां सारे हिंदू सनातनी फिरदे हां, कि सारे ब्रह्म ज्ञानी ने? नहीं साध संगत जी, कोई अपने अपने देवी देवतियां दी पूजा च लगे ने। पर जे इन्हां दे वेद पढ़ लो, गीता पढ़ लो, किसी तत्व बेते ब्रह्म ज्ञानी महापुरुष का उपदेश सुन लो, फिर ये भरम निकल जाएगा। फिर तो सब ब्रह्म सब गोबिंद है, सब गोबिंद है, गोबिंद बिन नहीं कोई। उत्थे पहुँचना मुश्किल है। पंडित केशव दास जी तुहानू भरम पै गया है तो कलगीधर परमेश्वर का ही रूप हैं, ब्रह्म ज्ञानी आप परमेश्वर, पर अपने आप नू दास जान के कहते हैं, मोको दास तवन का जानो, या मैं भेद ना रंज पछानो। हाँ जी, रूप अपनो रूप वास्तव नहीं लखायो। तुसी वास्तव रूप जिहड़ा अंदर आत्म रूप है वो नहीं ना वेख्या। आत्मा ब्रह्म ज्ञानी हुंदी है, शरीर तां किसी दा भी ब्रह्म ज्ञानी नहीं हुंदा। शरीर नूं ते अपने खाण पीण दा इन्ना पता हुंदा भी जाग पिया ते रोटी खानी है, सुते पे नूं ते ये भी नहीं पता हुंदा भी मैं शरीर हाँ कि नहीं हाँ। इस करके जिहड़ा आत्म ज्ञानी पुरुष है उहदा भेद तुसी नहीं जाणिया। आशा अपर सुन है तुम पायो। महाराज दा ये कहण दा आशा कुछ होर है कि जो हमको परमेश्वर उचरा ते सब नरक कुंड में पर है। जिहड़ा अपने आप नूं परमेश्वर कहेगा भी हम परमेश्वर आ, वो नरकां नूं जाएगा। आखो सतनाम से। अपने मुंह तो महाराज परमेश्वर नहीं कहवाया। ब्रह्मा विष्णु रुद्र महियान, ब्रह्मा विष्णु ते शिव जी विच इन पर तर्क करी इस स्थान। हाँ, इन्हां उत्ते तर्क कीती है महाराज ने इस जगह ते। कहाँ आपको न इम कहते। हाँ, जे महाराज कह रहे ने भी ब्रह्मा ने भी भेद नहीं पाया। काल पाए ब्रह्मा बपतरा, काल पाए शिवजू अवतरा, काल पाए कर विष्णु प्रकाशा, सगल काल का किया तमाशा। महाराज कहते काल ही पाए भयो भगवान, सो जागत जान जग जाकी कला है। काल ही पाए भयो ब्रह्मा शिव, काल ही पाए भयो जुगिया है। ਜਦੋਂ ਐਡੇ ਐਡੇ ਦੇਵਤਿਆਂ ਦੇ ਤਰਕ ਕੀਤੀ ਹੈ ਤੇ ਜੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਕਹਿ ਦਿੰਦੇ ਵੀ ਅਸੀਂ ਬ੍ਰਹਮ ਹਾਂ, ਅਸੀਂ ਰੱਬ ਹਾਂ, ਤੇ ਬਹੁ ਲੋਕ ਹਿਰਦੈ ਇਮ ਲਹਤੇ, ਤਾਂ ਬਹੁਤੇ ਲੋਕ ਆ ਭਰਮ 'ਚ ਹੋਰ ਪੈ ਜਾਣੇ ਸੀ। ਮੂਰਖ ਲੋਕਾਂ ਨੇ ਇਹਦਾ ਅਰਥ ਹੋਰ ਕਰ ਲੈਣਾ ਸੀ। ਸਭ ਕੋ ਤਰਕਤ ਤੇ ਇਸ ਥਾਈ, ਉਹਨਾਂ ਲੋਕਾਂ ਨੇ ਪਤਾ ਕੀ ਕਹਿਣਾ ਸੀ ਮੂਰਖਾਂ ਨੇ? ਆਖਿਆ ਜੀ ਸਾਡੇ शिव जी ਦੇ ਤਰਕ ਕਰਤੀ, ਸਾਡੇ कृष्ण भगवान ਦੇ ਤਰਕ ਕਰਤੀ। किते कृष्ण से कीट कोटा उपाए, उसारे गड़े फेर मेटे बनाए। किरिया काल जो की किनू ना पछानी, कन्यो पै बिहा है कन्यो पै बिहानी। जिते राम से चंद्र से होते आए, तिते ओ काल खापा नते काल कहाए। किड्डे किड्डे सूरज चंद्रमा वर्गियां दा महाराज ने उत्थे बाणी च कहा बचित्र नाटक दे विच भी वो परमात्मा दा भेद नहीं पा सके। वो सारे वो ब्रह्म विचों पैदा हो के ਉਹਦੇ ਵਿੱਚ ਹੀ ਲੀਨ हो जाते हैं।
ਜਦੋਂ ਇਸ ਤਰ੍ਹਾਂ ਦੇ ਮਹਾਰਾਜ ਸ਼ਬਦ ਕਹਿੰਦੇ ਆ ਤੇ ਨਾਸਤਿਕ ਲੋਕਾਂ ਨੇ ਪੜ੍ਹ ਕੇ ਸ਼ੰਕਾ ਕਰਨਾ ਸੀ। ਪਰਮੇਸ਼ਰ ਤਾਂ ਆਪਣਾ ਜਨਾਈ, ਕਿ ਗੁਰੂ ਗੋਬਿੰਦ ਸਿੰਘ ਨੇ ਦੇਵੀ ਦੇਵਤਿਆਂ ਦਾ ਤਾਂ ਖੰਡਨ ਕੀਤਾ ਤੇ ਆਪਣੇ ਆਪ ਨੂੰ ਪਰਮੇਸ਼ਰ ਕਿਹਾ ਹੈ। ਜੇ ਮਹਾਰਾਜ ਦੀ ਇਹ ਬਾਣੀ ਵਿੱਚ ਇਹ ਪੰਕਤੀ ਨਾ ਹੁੰਦੀ ਤਾਂ ਨਾਸਤਿਕ ਲੋਕਾਂ ਨੂੰ ਹੋਰ ਭੁਲੇਖਾ ਪੈਣਾ ਸੀ। ਇਮ ਵਿਚਾਰ ਕਰ ਤਹਾਂ ਬਖਾਨਾ, ਇਹ ਸਾਰੀ ਗੱਲ ਨੂੰ ਵਿਚਾਰ ਕੇ ਕਿ ਜਿੰਨਿਆਂ ਦਾ ਖੰਡਨ ਕੀਤਾ ਉਹ ਦੇਹ ਕਰਕੇ ਕੀਤਾ। ਆਖੋ ਸਤਨਾਮ ਸ੍ਰੀ ਕਿਤੇ ਕ੍ਰਿਸ਼ਨ ਸੇ ਕੀਟ ਕੋਟੈ ਉਪਾਏ। ਇਹ ਕ੍ਰਿਸ਼ਨ ਭਗਵਾਨ ਜੀ ਮਹਾਰਾਜ ਦੀ ਆਤਮਾ ਦਾ ਬਚਨ ਨਹੀਂ ਕਿਹਾ, ਉਹਨਾਂ ਦੀ ਜੋਤ ਨੂੰ ਨਹੀਂ ਕਿਹਾ, ਉਹਨਾਂ ਦੇ ਸਰੀਰ ਨੂੰ ਕਿਹਾ ਹੈ। ਤੇ ਮੂਰਖ ਲੋਕ ਸਮਝ ਲੈਂਦੇ ਆ ਵੀ ਕ੍ਰਿਸ਼ਨ ਭਗਵਾਨ ਨੂੰ ਕਿਹਾ। ਕ੍ਰਿਸ਼ਨ ਭਗਵਾਨ ਦਾ ਤਾਂ ਸਤਿਕਾਰ ਕੀਤਾ। ਕਦੀ ਕ੍ਰਿਸ਼ਨ ਅਵਤਾਰ ਪੜ੍ਹ ਲਓ, ਉਹਦੇ ਚ ਮਹਾਰਾਜ ਨੇ ਲਿਖਿਆ ਕਿ ਇਹੀ ਉਹ ਕ੍ਰਿਸ਼ਨ ਹੈ ਜਿਸ ਨੇ ਰਾਮ ਰੂਪ ਹੋ ਕੇ ਰਾਵਣ ਨੂੰ ਮਾਰਿਆ ਹੈ। ਹੁਣ ਇਹ ਦੁਨਿਆਵੀ ਲੋਕਾਂ ਨੂੰ ਤਾਂ ਸਮਝ ਨਹੀਂ ਆਣੀ, ਪਰ ਉਹ ਜਿਹੜੀ ਗੱਲ ਹੈ ਅੰਦਰ ਦੀ ਹੈ, ਆਤਮਾ ਦੀ ਹੈ, ਉਹ ਸਮਝ ਬ੍ਰਹਮ ਗਿਆਨੀ ਨੂੰ ਆਉਂਦੀ ਹੈ। ਬ੍ਰਹਮ ਗਿਆਨੀ ਸਾਰੇ ਹੁੰਦੇ ਨਹੀਂ। ਇਹ ਵਿਚਾਰ ਕਰਕੇ ਮਹਾਰਾਜ ਨੇ ਆਪਣੀ ਬਾਣੀ 'ਚ ਆਪਣੇ ਆਪ ਨੂੰ ਦਾਸ ਭਗਤ ਹੀ ਕਿਹਾ ਹੈ ਤੇ ਕਿਸੇ ਵੀ ਸਰੀਰ ਨਾਲ ਨਹੀਂ ਜੋੜਿਆ। ਜੇ ਅਵਤਾਰ ਸੋ ਦਾਸ ਸਮਾਨਾ, ਜਿਹੜੇ ਅਵਤਾਰ ਨੇ ਉਹ ਪਰਮੇਸ਼ਰ ਦੇ ਦਾਸਾਂ ਵਰਗੇ ਹੀ ਨੇ। ਜਿਹੜੀ ਸਾਧ ਸੰਗਤ ਦੀ 24 ਅਵਤਾਰ ਦੀ ਭੂਮਿਕਾ ਪੜ੍ਹ ਲਓ। ਆ ਜਿਹੜੇ ਬਾਣੀ ਤੇ ਕਿੰਤੂ ਪਰੰਤੂ ਕਰਦੇ ਨਾ, ਦਸਮ ਦੀ ਬਾਣੀ ਜੀ ਅਵਤਾਰਾਂ ਦੀ ਕਥਾ ਲਿਖੀ, ਅਵਤਾਰਵਾਦ ਆਇਆ। ਉਹਨਾਂ ਸੱਜਣਾ ਨੇ ਨਾ ਕਦੀ ਬਹਿ ਕੇ, ਉਹਨਾਂ ਨੂੰ ਅਵਤਾਰਵਾਦ ਦੇ ਵੀ ਲੱਛਣ ਨਹੀਂ ਪਤਾ, ਬਹਿ ਕੇ ਗੱਲ ਤਾਂ ਕਰ ਲੈਣ, ਭੱਜ ਜਾਂਦੇ ਆ, ਦੌੜ ਜਾਂਦੇ ਆ। ਤੋ ਸਾਧ ਸੰਗਤ ਜੀ ਅਸਲ ਵਿੱਚ ਮਹਾਰਾਜ ਨੇ 24 ਅਵਤਾਰਾਂ ਦੀ ਭੂਮਿਕਾ ਵਿੱਚ ਹੀ ਕਹਿ ਦਿੱਤਾ ਹੈ, ਜੇ ਜਗ ਮੈਂ ਅਵਤਾਰ ਕਹਾਏ, ਜੇ 24 ਅਵਤਾਰ ਕਹਾਏ, ਤਿਨ ਵੀ ਤੁਮ ਪ੍ਰਭ ਤਨਕ ਨਾ ਪਾਏ। ਜਿਹੜੇ 24 ਅਵਤਾਰ ਹੋਏ ਨੇ, हे परमेश्वर तेरा तनक मात्र भी भेद नहीं पा सके। निज स्वरूप परमेश्वर केरा, अपना स्वरूप परमेश्वर दा ही है, ब्रह्म दा ही है, क्योंकि दूआ तां कोई है ही नहीं। आत्मा परमात्मा रूप है। ध्यावत रहे सो सांझ सवेरा, ਉਹਦਾ ਦਿਨ ਰਾਤ ਮਹਾਰਾਜ ਚਿੰਤਨ ਕਰਦੇ ਰਹੇ, ਸਾਂਝ ਸਵੇਰ ਉਹਦਾ ਹੀ ਜਾਪ ਕਰਦੇ ਰਹੇ ਹਨ। ਇਹ ਪੀਤੇ ਸਥਾਨ ਬਚ ਕਹਿਓ। ਤੁਸੀਂ ਕਦੀ ਬਚਿੱਤਰ ਨਾਟਕ ਪੂਰਾ ਪੜ੍ਹ ਲਓ ਪੰਡਤ ਜੀ, ਤੁਸੀਂ ਆਹ ਪੰਕਤੀਆਂ ਵੀ ਦੇਖਣੀਆਂ ਸੀ। ਤੇ ਆਸ਼ਾ ਬੁੱਧ ਜਨ ਲਹਿਓ, ਜਿਸ ਤੋਂ ਗੁਰੂ ਸਾਹਿਬ ਦੇ ਆਸ਼ੇ ਦੀ ਸਮਝ ਆਉਂਦੀ ਸਿਆਣੇ ਬੁੱਧੀਮਾਨ ਪੁਰਸ਼ਾਂ ਨੂੰ। ਇਹ ਵਿਦ ਕਰਤ ਤਪੱਸਿਆ ਭਇਓ। ਦੇਖੋ ਮਹਾਰਾਜ ਨੇ ਆਪਣੀ ਬਾਣੀ 'ਚ ਇਹ ਵੀ ਤਾਂ ਲਿਖਿਆ ਕਿ ਅਸੀਂ ਹੇਮਕੁੰਟ ਸਾਹਿਬ ਤੇ ਇਸ ਤਰ੍ਹਾਂ ਤਪੱਸਿਆ ਕੀਤੀ ਸੀ ਤੇ ਏਕ ਰੂਪ ਹੋਇਆ ਗਇਓ, ਕਿ ਸਾ ਮੇਰਾ ਤੇਰਾ ਫਰਕ ਹੀ ਮਿਟ ਗਿਆ ਸੀ। ਤੋਈ ਮੋਈ ਮੋਈ ਤੋਈ ਅੰਤਰ ਕੈਸਾ, ਇੱਕ ਰੂਪ ਹੋ ਗਏ ਤੇ ਦੁਐਤ ਮਿਟ ਗਈ, ਦੁਐਤ ਤੇ ਏਕ ਰੂਪ ਹੋਏ ਗਇਓ, ਬੂੰਦ ਸਾਗਰ ਹੀ ਬਣ ਗਈ। ਇਸ ਤਰ੍ਹਾਂ ਭੇਦ ਗਿਆਨ ਹੋ ਗਿਆ ਸੀ। ਆਲੋਚਨ ਮੁੰਦਨ ਕੀ ਰੀਤਾ। ਤੋ ਇਹਦਾ ਪੰਡਤ ਜੀ ਤੁਹਾਡੇ ਪਹਿਲੇ ਕੁਐਸਚਨ ਦਾ ਜਵਾਬ ਆਇਆ। ਤੁਸੀਂ ਕਿਹਾ ਸੀ ਵੀ ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਆਪ ਨੂੰ ਪਰਮੇਸ਼ਰ ਕਿਉਂ ਕਿਹਾ? ਕਿਵੇਂ ਤੁਸੀਂ ਪਰਮੇਸ਼ਰ ਉਹਨਾਂ ਨੂੰ ਕਿਵੇਂ ਕਹਿੰਦੇ? ਉਹ ਤਾਂ ਮੰਨਦੇ ਨਹੀਂ ਆਪਣੇ ਆਪ ਨੂੰ ਪਰਮੇਸ਼ਰ। ਤਾਂ ਆਨੰਦ ਚੰਦ ਜੀ ਕਹਿੰਦੇ ਉਹਨਾਂ ਨੇ ਭਗਤ ਅਵਤਾਰ ਧਾਰਿਆ, ਭਗਤੀ ਰੂਪ, ਇਸ ਕਰਕੇ ਆਪਣੇ ਮੂੰਹ ਤੋਂ ਕਹਿ ਨਹੀਂ ਸਕਦੇ। ਨਾਲੇ ਜੇ ਉਹ ਆਪਣੇ ਆਪ ਨੂੰ ਪਰਮੇਸ਼ਰ ਕਹਿੰਦੇ ਤੇ ਜਿੰਨੇ ਵੀ ਪਰਮੇਸ਼ਰ ਕਹਾਉਣ ਵਾਲੇ ਨੇ ਪਹਿਲਾਂ ਉਹਨਾਂ ਦਾ ਖੰਡਨ ਕਰ ਆਏ ਨੇ, ਦੇਵੀ ਦੇਵਤਿਆਂ ਦਾ ਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦਾ ਵੀ ਉੱਥੇ ਮਹਾਰਾਜ ਨੇ ਖੰਡਨ ਕੀਤਾ। ਦੇਹ ਕਰਕੇ ਕੀਤਾ, ਆਤਮਾ ਕਰਕੇ ਨਹੀਂ ਕੀਤਾ। ਆਤਮਾ ਕਰਕੇ ਉਹਨਾਂ ਦਾ ਸਤਿਕਾਰ ਕੀਤਾ, ਦੇਹ ਕਰਕੇ ਖੰਡਨ ਕੀਤਾ। ਅਸੀਂ ਸਾਧ ਸੰਗਤ ਜੀ ਸਾਰਾ ਘਿਓ ਖਿਚੜੀ ਇੱਕੋ ਹੀ ਕਰੀ ਜਾਂਦੇ ਆ। ਜੇ ਖੰਡਨ ਆਉਂਦਾ ਬਾਣੀ ਤੇ ਫਟਾਫਟ ਦੇਵੀ ਦੇਵਤਿਆਂ ਦਾ ਖੰਡਨ ਕਰਨ ਲੱਗ ਜਾਂਦੇ ਆ। ਤੇ ਮੰਡਨ ਆਉਂਦਾ ਤੇ ਇਹ ਜੀ ਕਿਉਂ ਲਿਖਤਾ ਜੀ, ਸ਼ਿਵ ਜੀ ਦੀ ਉਪਮਾ ਲਿਖਤੀ, ਕ੍ਰਿਸ਼ਨ ਦੀ ਉਪਮਾ ਲਿਖਤੀ, ਕਿਉਂ ਲਿਖਤੀ? ਉਹਨਾਂ ਦੇ ਆਤਮ ਸਰੂਪ ਦੀ ਤਾਂ ਉਪਮਾ ਲਿਖੀ ਹੈ ਤੇ ਉਹਨਾਂ ਦਾ ਫਿਜ਼ੀਕਲ ਜਿਹੜਾ ਬਾਡੀ ਜੇ ਪੈਦਾ ਹੋਇਆ ਮਾਂ ਦੇ ਪੇਟ ਤੋਂ ਤਾਂ ਮਰੇਗਾ ਹੀ ਨਾ। ਰਾਮ ਗਇਓ, ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ ਉਹ ਕੋਈ ਵੀ ਨਹੀਂ ਰਹਿਣਾ। ਫਿਰ ਮਹਾਰਾਜ ਕਹਿੰਦੇ ਮੇਰਾ ਸਰੀਰ ਵੀ ਨਹੀਂ ਰਹਿਣਾ, ਮੈਂ ਇਹਨੂੰ ਪਰਮੇਸ਼ਰ ਕਿਵੇਂ ਕਵਾਂ? ਜਿਹੜਾ ਰਹਿਣਾ ਨਹੀਂ ਉਹ ਪਰਮੇਸ਼ਰ ਨਹੀਂ ਹੋ ਸਕਦਾ, ਜਿਹੜਾ ਰਹਿਣਾ ਹੈ ਉਹੀ ਪਰਮੇਸ਼ਰ ਹੈ। ਆਦਿ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ। ਇਹ ਤਾਂ ਸਵਾਲ ਦਾ ਜਵਾਬ ਪਹਿਲੇ ਦਾ ਦਿੱਤਾ। ਹੁਣ ਤੁਸੀਂ ਦੂਜਾ ਤਰਕ ਕੀਤਾ ਸੀ ਵੀ ਚੰਡੀ ਜੇ ਪ੍ਰਗਟ ਹੋਈ ਹੈ ਤੇ ਗੁਰੂ ਮਹਾਰਾਜ ਨੇ ਅੱਖਾਂ ਕਿਉਂ ਬੰਦ ਕਰ ਲਈਆਂ? ਜੇ ਗੁਰੂ ਪਰਮੇਸ਼ਰ ਦਾ ਅਵਤਾਰ ਨੇ ਤਾਂ ਅੱਖਾਂ ਕਿਉਂ ਬੰਦ ਕੀਤੀਆਂ ਨੇ? ਸੋ ਸੁਣ ਧਰੀ ਹੈ ਚੀਤ ਪ੍ਰਤੀਤਾ। ਲਓ ਤੁਹਾਨੂੰ ਉਹਦਾ ਵੀ ਹੁਣ ਕਾਰਨ ਦੱਸਦੇ ਆ ਵੀ ਚੰਡੀ ਦੇ ਦਰਸ਼ਨ ਕਰਕੇ ਜਿਹੜਾ ਪਹਿਲਾ ਮਹਾਰਾਜ ਨੇ ਸਰੂਪ ਵੇਖਿਆ, ਬੜਾ ਭਿਆਨਕ ਸਰੂਪ ਵੇਖਿਆ ਚੰਡੀ ਦਾ, ਉਹਨੂੰ ਵੇਖ ਕੇ ਨੇਤਰ ਬੰਦ ਕੀਤੇ। ਉਹਦਾ ਕਾਰਨ ਕੀ ਸੀ? ਪ੍ਰਗਟੀ ਜਬ ਜਗ ਮਾਤ ਅਗਾਰੀ। ਇਹ ਪੰਡਤ ਜੀ ਜਦੋਂ ਜਗਤ ਮਾਤ ਚੰਡਕਾ ਸਾਹਮਣੇ ਪ੍ਰਗਟ ਹੋਈ ਹੈ, ਦਰਸ਼ਨ ਦੇਖ ਹਰਖ ਭਾ ਭਾਰੀ। ਉਹ ਯੁੱਧ ਦੇ ਰੂਪ 'ਚ ਹੋਈ ਹੈ। ਉਹ ਤਲਵਾਰਾਂ ਖੰਡੇ ਖੜਕਾਉਂਦੀ ਹੋਈ, ਖੂਨ ਪੀਂਦੀ ਹੋਈ ਤੇ ਨਦੀਆਂ ਲਹੂ ਦੀ ਵਹਾਉਂਦੀ ਹੋਈ ਦਰਸ਼ਨ ਦਿੱਤੇ ਆ ਉਹਨੇ। ਉਹ ਬੜਾ ਭਿਆਨਕ ਸਰੂਪ ਸੀ ਜਗਤ ਮਾਤ ਚੰਡਕਾ ਦਾ।
ਉਹਨੂੰ ਵੇਖ ਕੇ ਕਲਗੀਧਰ ਜੀ ਖੁਸ਼ ਹੋਏ ਆ, ਪ੍ਰਸੰਨ ਹੋਏ ਆ। ਰਣ ਦੇਖ ਸੂਰੇ ਚਿੱਤ ਉਲਾਸ, ਸੂਰਮੇ ਦਾ ਚਿੱਤ ਖਿੜਦਾ ਹੈ ਉਸ ਨੂੰ ਵੇਖ ਕੇ। ਇਹਦਾ ਵਿਚਾਰਿਓ ਕਿਸ ਅਸਥਾਏ। ਫਿਰ ਮਹਾਰਾਜ ਨੇ ਆਪਣੇ ਮਨ 'ਚ ਵਿਚਾਰ ਕੀਤੀ ਵੀ ਇਹ ਸ਼ਕਤੀ ਨੂੰ ਹੁਣ ਕਿਹੜੀ ਥਾਂ ਤੇ ਟਿਕਾਈਏ ਆਪਣੇ ਸਰੀਰ ਵਿੱਚ। ਉਚਿਤ ਅੰਗ ਜਹ ਰੂਪ ਬਸਾਏ। ਕਿਉਂਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਡਾ ਸਰੀਰ ਮੌਜੂਦ ਹੈ, ਪਰ ਸਭ ਤੋਂ ਕੇਂਦਰੀ ਸਥਾਨ ਕਿਹੜਾ ਹੈ ਜਿੱਥੇ ਸ਼ਕਤੀ ਨੂੰ ਵਸਾ ਲਈਏ, ਜਜ਼ਬ ਕਰ ਲਈਏ ਆਪਣੇ ਅੰਦਰ। ਸਭ ਤਨ ਮਹਿ ਪਾਵਨ ਹੈ ਨੈਣਾ। ਸਾਰੇ ਸਰੀਰ ਦਾ ਕੇਂਦਰ ਬਿੰਦੂ, ਕੇਂਦਰ ਸੈਂਟਰ ਸਥਾਨ, ਪਵਿੱਤਰ ਸਥਾਨ ਅੱਖਾਂ। ਦੇਹ ਕੋ ਪ੍ਰਧਾਨ ਦ੍ਰਿਗ, ਸਤਾਰ ਕਿਤਾਬੜੀ 'ਚ ਵੀ ਆਉਂਦਾ ਵੀ ਦੇਹ ਦਾ ਪ੍ਰਧਾਨ ਨੇਤਰ ਹੀ ਨੇ। ਅੱਖਾਂ ਨਾ ਹੋਣ, ਜਿੱਡਾ ਮਰਜ਼ੀ ਸੋਹਣਾ ਨੌਜਵਾਨ ਹੋਵੇ, ਜਿੱਡੀ ਮਰਜ਼ੀ ਸੁੰਦਰ ਮਟਿਆਰ ਹੋਵੇ, ਉਹਦੀ ਸੁੰਦਰਤਾ ਮਿੱਟੀ 'ਚ ਮਿਲ ਜਾਂਦੀ ਅੱਖਾਂ ਤੋਂ ਬਿਨਾਂ, ਜੋਤ ਤੋਂ ਬਿਨਾਂ। ਤੋ ਸਾਰਿਆਂ ਤੋਂ ਸੋਹਣਾ ਤਾਂ ਇਹ ਨੇਤਰ ਹੀ ਹੈ। ਕਹਾਂ ਬਾਸ ਦੀਨਸ ਗੁਰ ਐਨਾ। ਮਹਾਰਾਜ ਨੇ ਉਸ ਜਗਤ ਮਾਤ ਚੰਡਕਾ ਨੂੰ ਆਪਣੀਆਂ ਅੱਖਾਂ 'ਚ ਵਾਸਾ ਦੇ ਲਿਆ ਹੈ। ਪੰਥ ਅਗਾਰੀ ਟਿਕੈ ਨ ਕੋ। ਕਿਉਂਕਿ 10ਵੇਂ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਸਾਜਣਾ ਹੈ, ਅੰਮ੍ਰਿਤ ਛਕਾਣਾ ਹੈ, ਤੇ ਉਹ ਸ਼ਕਤੀ ਨੇਤਰਾਂ 'ਚ ਪਾਣੀ ਹੈ। ਸਾਧ ਸੰਗਤ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਪਤਾ, ਪਹਿਲਾਂ 5 ਪਿਆਰੇ ਚੁਲੇ ਛਕਾਉਂਦੇ ਨੇ, ਫਿਰ ਨੇਤਰਾਂ 'ਚ 5 ਪਾਉਂਦੇ ਨੇ। ਉਹ 5 ਨੇਤਰਾਂ 'ਚ ਕਿਉਂ ਪਾਉਂਦੇ ਨੇ ਵੀ ਜਦੋਂ ਮਹਾਰਾਜ 10ਵੇਂ ਪਾਤਸ਼ਾਹ 5 ਪਿਆਰਿਆਂ ਦੇ ਨੇਤਰਾਂ 'ਚ ਅੰਮ੍ਰਿਤ ਪਾਇਆ ਨਾ, ਇਹਦਾ ਛੱਟਾ ਮਾਰਿਆ, ਉਹ ਜਿਹੜੀ ਅੱਖਾਂ ਦੀ ਸ਼ਕਤੀ ਸੀ ਉਹ ਸ਼ਕਤੀਪਾਤ ਕਰ ਦਿੱਤਾ। ਤੇ ਸ਼ਕਤੀ ਪਾ ਕੇ ਪਹਿਲਾਂ ਅੰਮ੍ਰਿਤ ਵਿੱਚ ਪਾਈ। ਜਦੋਂ 5 ਪਿਆਰੇ ਬਾਟਾ ਤਿਆਰ ਕਰਦੇ ਨੇ, ਇੱਧਰ ਉੱਧਰ ਨਹੀਂ ਦੇਖਦੇ, ਉਹ ਬਾਟੇ 'ਚ ਦੇਖੀ ਜਾਂਦੇ ਆ, ਬਾਣੀ ਪੜ੍ਹੀ ਜਾਂਦੇ ਆ। ਤੇ ਸਰਬਲੋਹ ਦੀ ਰਗੜ ਦੇ ਨਾਲ ਇੱਕ ਬਿਜਲੀ ਪੈਦਾ ਹੁੰਦੀ ਹੈ, ਬਾਣੀ ਨਾਲ ਇੱਕ ਸ਼ਕਤੀ ਪੈਦਾ ਹੁੰਦੀ ਹੈ। ਉਹ ਜਦੋਂ ਅੰਮ੍ਰਿਤ ਤੇ ਪੈ ਕੇ ਫਿਰ ਨੇਤਰਾਂ 'ਚ ਆਉਂਦੀ ਹੈ। ਤੇ ਫਿਰ 5 ਪਿਆਰੇ ਜਦੋਂ ਅੰਮ੍ਰਿਤ ਛਕਾਉਂਦੇ ਆ, ਕਿਸੇ ਵੱਲ ਦੇਖਦੇ ਆ, ਉਹਦੇ ਅੱਖਾਂ 'ਚ ਅੱਖਾਂ ਪਾ ਕੇ ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਅੱਖਾਂ 'ਚ ਅੰਮ੍ਰਿਤ ਪੈ ਜਾਂਦਾ, ਉਹਦੀਆਂ ਅੱਖਾਂ 'ਚ ਤੇਜ ਆ ਜਾਂਦਾ। ਮਹਾਰਾਜ ਕਹਿੰਦੇ ਪੰਥ ਅਗਾਰੀ ਟਿਕੈ ਨਾ ਕੋ। ਹੁਣ ਖਾਲਸੇ ਪੰਥ ਦੇ ਸਾਹਮਣੇ ਕੋਈ ਅੱਖ ਨਹੀਂ ਚੱਕ ਸਕੇਗਾ। ਜੋਤ ਤੇਜ ਲੋਚਨ ਧਰ ਸੋ। ਉਹ ਜਿਹੜੀ ਜੋਤ ਹੈ ਜਗਤ ਮਾਤ ਚੰਡਕਾ ਦੀ, ਕਲਗੀਧਰ ਨੇ ਆਪਣੇ ਨੇਤਰਾਂ 'ਚ ਰੱਖ ਲਈ ਹੈ। ਰਹਿਤਵਾਨ ਸਿੱਖ ਸਿੰਘ ਜੋ ਮੇਰੇ। ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਜਿਹੜੇ ਮੇਰੇ ਰਹਿਤਵਾਨ ਸਿੰਘ ਹੋਣਗੇ, ਤਿਆਰ ਬਰ ਤਿਆਰ, 5 ਕਕਾਰਾਂ ਦੇ ਧਾਰਨੀ ਹੋਣਗੇ, ਰਹਿਤ ਬੈਤ ਪੂਰੇ ਹੋਣਗੇ, ਕੁਰੈਤਾਂ ਤੋਂ ਬਚੇ ਹੋਣਗੇ। ਦੁਸ਼ਟੈ ਨਸ਼ਟੈ ਦ੍ਰਿਸ਼ਟ ਸੋਹੇਰੇ। ਉਹ ਦੁਸ਼ਟਾਂ ਨੂੰ ਵੇਖ ਕੇ ਹੀ ਮਾਰ ਦੇਣਗੇ। ਐਸੇ ਐਸੇ ਸੂਰਮੇ ਸਿੰਘ ਸਾਧ ਸੰਗਤ ਜੀ ਇਤਿਹਾਸ ਵਿੱਚ ਹੋਏ ਨੇ, ਜਿਨ੍ਹਾਂ ਦੇ ਸਾਹਮਣੇ ਵੱਡੇ ਵੱਡੇ ਖਾਨ ਬਹਾਦਰ ਨਵਾਬ ਅੱਖਾਂ ਨਹੀਂ ਖੜੀਆਂ ਕਰ ਸਕੇ ਸਨ। ਉਹ ਦ੍ਰਿਸ਼ਟੀ ਨਾਲ ਹੀ ਅਗਲੇ ਦਾ ਸਾਹ ਸੱਤ ਸੁਕਾ ਦਿੰਦੇ ਸਨ। ਇੰਨਾ ਬਲੀ ਯੋਧੇ ਹੋਏ ਨੇ ਪੰਥ ਖਾਲਸੇ ਵਿੱਚ। ਉਹ ਤੁਰਕਨ ਸੰਗ ਏਕ ਲੜਾਉ। ਮਹਾਰਾਜ ਕਹਿੰਦੇ ਮੈਂ ਬਹੁਤਿਆਂ ਨਾਲ ਕੱਲਾ 1.25 ਲੱਖ ਸੇ ਏਕ ਲੜਾਉ, ਤਬੈ ਗੋਬਿੰਦ ਸਿੰਘ ਨਾਮ ਕਾਉ। ਲੱਖਾਂ ਦੇ ਨਾਲ ਕੱਲਾ ਸਿੰਘ ਲੜਾ ਦਿਆਂਗਾ। ਅਸ ਪ੍ਰਤਾਪ ਜੁਤ ਪੰਥ ਚਲਾਉ। ਇਹੋ ਜਿਹਾ ਪ੍ਰਤਾਪ ਵਾਲਾ ਪੰਥ ਹੋਵੇਗਾ, ਉਹਦੇ ਨੇਤਰਾਂ 'ਚ ਸ਼ਕਤੀ ਹੋਵੇਗੀ। ਉਹ ਸ਼ਕਤੀ ਮਹਾਰਾਜ ਨੇ ਜਿਹੜੀ ਆਪਣੇ ਨੇਤਰਾਂ ਜਜ਼ਬ ਕੀਤੀ ਹੈ, ਅੰਮ੍ਰਿਤ ਛਕਾਣਗੇ ਤਾਂ ਸਿੰਘਾਂ ਦੀਆਂ ਅੱਖਾਂ 'ਚ ਪਾ ਦੇਣਗੇ। ਇਹ ਕਾਰਨ ਦ੍ਰਿਗ ਘਰੇ ਮਿਲਾਵਨ। ਇਸ ਕਰਕੇ ਗੁਰੂ ਜੀ ਨੇ ਚੰਡੀ ਨੂੰ ਵੇਖ ਕੇ ਅੱਖਾਂ ਬੰਦ ਕੀਤੀਆਂ ਸੀ, ਡਰ ਕੇ ਨਹੀਂ ਕੀਤੀਆਂ, ਬਲਕਿ ਉਹ ਸਾਰੀ ਸ਼ਕਤੀ ਨੂੰ ਆਪਣੀ ਅੱਖਾਂ ਵਿੱਚ ਜਜ਼ਬ ਕਰ ਲਿਆ, ਸਮੇਟ ਲਿਆ ਹੈ। ਦੇਖ ਦੇਵੀ ਕੋ ਬਾਸ ਬਸਾਵਨ। ਉਹ ਦੇਵੀ ਦਾ, ਚੰਡੀ ਦਾ ਵਾਸਾ ਆਪਣੇ ਨੇਤਰਾਂ 'ਚ ਕੀਤਾ ਸ਼ਕਤੀ ਦਾ। ਇਸ ਵਿਦ ਆਨੰਦ ਚੰਦ ਬਹੁ ਭਾਂਤੀ। ਇਸ ਤਰ੍ਹਾਂ ਦੀਵਾਨ ਆਨੰਦ ਚੰਦ ਜੀ ਨੇ 10ਵੇਂ ਪਾਤਸ਼ਾਹ ਮਹਾਰਾਜ ਵੱਲੋਂ ਪੰਡਿਤ ਕੇਸੋ ਦਾਸ ਦੇ ਸਾਰੇ ਸਵਾਲਾਂ ਦਾ ਜਵਾਬ ਦੇ ਦਿੱਤਾ। ਭਰੀ ਅਸ਼ਰਦਾ ਦਿਜ ਔਰ ਹਾਤੀ। ਜਿਹੜੀ ਪੰਡਿਤ ਦੇ ਮਨ 'ਚ ਅਸ਼ਰਦਾ ਪੈਦਾ ਹੋ ਗਈ ਸੀ, ਸ਼ੰਕਾ ਪੈਦਾ ਹੋ ਗਿਆ ਸੀ, ਖਤਮ ਕਰ ਦਿੱਤਾ। ਨੀਨ ਮਨਾਏ ਸੰਗ ਲੈ ਗਮਨਾ। ਤੇ ਪਿਆਰ ਦੇ ਬੋਲ ਕੇ ਪੰਡਿਤ ਜੀ ਨੂੰ ਮਨਾ ਲਿਆ ਤੇ ਨਾਲ ਲੈ ਕੇ ਆਇਆ। ਜਹਾਂ ਬਿਰਾਜਤ ਸ੍ਰੀ ਗੁਰ ਭਵਨਾ। ਜਿੱਥੇ ਗੁਣਾਂ ਦੇ ਸਾਗਰ ਕਲਗੀਧਰ ਜੀ ਬਿਰਾਜੇ ਸਨ, ਉੱਥੇ ਆ ਗਿਆ ਦੀਵਾਨ ਆਨੰਦ ਚੰਦ ਪੰਡਿਤ ਕੇਸੋ ਦਾਸ ਨੂੰ ਲੈ ਕੇ। ਕਲਗੀਧਰ ਬੜਿਆ ਆਦਰ ਦੀਨਾ। ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਪੰਡਿਤ ਕੇਸੋ ਦਾਸ ਜੀ ਨੂੰ ਬੜਾ ਆਦਰ ਸਤਿਮਾਨ ਦਿੱਤਾ ਹੈ। ਬਿਠਾਏ ਤੋਖ ਬਹੁ ਕੀਨਾ। ਤੇ ਬਹੁਤ ਕੋਲ ਬਿਠਾ ਕੇ ਪ੍ਰਸੰਨ ਕੀਤਾ, ਖੁਸ਼ ਕੀਤਾ ਹੈ। ਆਨੰਦ ਚੰਦ ਸਭ ਭਲਿਓ ਪ੍ਰਸੰਗਾ। ਔਰ ਦੀਵਾਨ ਆਨੰਦ ਚੰਦ ਜੀ ਨੇ ਸਾਰੀ ਗੱਲ ਸਾਧ ਸੰਗਤ ਜੀ ਉਹ ਮਹਾਰਾਜ ਨੂੰ ਦੱਸੀ ਹੈ। ਤੇ ਮਹਾਰਾਜ ਨੇ ਆਪਣੇ ਸਵਈਆਂ ਵਿੱਚ ਬਾਣੀ ਛੰਦ ਸਵਈਆ ਨ ਸੰਗਾ। ਬੜੇ ਸੋਹਣੇ ਸਵਈਏ ਉਚਾਰਨ ਕੀਤੇ, ਜਿਹਨੂੰ ਖਾਲਸੇ ਦੀ ਮਹਿਮਾ ਕਿਹਾ ਗਿਆ ਹੈ। ਇਹ ਪੁਰਾਤਨ ਸਿੰਘ ਸਾਧ ਸੰਗਤ ਜੀ ਖਾਲਸੇ ਦੀ ਮਹਿਮਾ ਪੜਿਆ ਕਰਦੇ ਸਨ, ਹਜੂਰ ਸਾਹਿਬ ਤੇ ਅੰਮ੍ਰਿਤ ਵਿੱਚ ਵੀ ਪੜ੍ਹਦੇ। ਸੋ ਇਹ ਸਵਈਏ 3 ਜਿਹੜੇ ਮਹਾਰਾਜ ਨੇ ਲਿਖੇ ਹਨ, ਬ੍ਰਾਹਮਣ ਦੇ ਪ੍ਰਥਾਏ ਪੰਡਿਤ ਕੇਸੋ ਦਾਸ ਨੂੰ ਉਪਦੇਸ਼ ਦਿੱਤਾ ਹੈ। ਮੁਖਵਾਕ ਸਵਈਆ ਜੋ ਕਿ ਚਲੇ ਕ ਲਿਖਿਓ ਬਿਦਨਾ। ਮਹਾਰਾਜ 10ਵੇਂ ਪਾਤਸ਼ਾਹ ਕੋਲ ਬਿਠਾ ਕੇ ਪੰਡਿਤ ਜੀ ਨੂੰ ਕਹਿ ਰਹੇ ਨੇ, ਹੇ ਪੰਡਿਤ ਜੀ, ਜੋ ਕੁਛ ਲੇਖ ਲਿਖਿਓ ਬਿਦਨਾ, ਉਸ ਵਿਧਾਤਾ ਨੇ ਜੋ ਵੀ ਸਾਡੇ ਮੱਥੇ ਤੇ ਲਿਖਿਆ ਹੁੰਦਾ ਹੈ, ਸੋਈ ਪਾਈਅਤ ਮਿਸਰ ਜੂ ਸੋਕ ਨਿਵਾਰੋ। ਪੰਡਿਤ ਜੀ ਉਹੀ ਮਿਲਦਾ ਹੈ। ਇਸ ਕਰਕੇ ਬਿਨਾਂ ਕਿਸਮਤ ਦੇ ਕੁਛ ਨਹੀਂ ਮਿਲਦਾ।
ਬਿਨਾਂ ਭਾਗਾਂ ਤੋਂ ਜ਼ਿਆਦਾ ਕੁਛ ਨਹੀਂ ਮਿਲਦਾ। ਇਸ ਕਰਕੇ ਸੋਈ ਪਾਈਏ ਤੇ ਉਹੀ ਪਾਈਦਾ ਜੋ ਲਿਖਿਆ ਹੋਵੇ ਕਰਮਾਂ 'ਚ। ਸ਼ੌਕ ਨਿਵਾਰੋ, ਮਨ ਵਿੱਚ ਸ਼ੌਕ ਨਾ ਕਰੋ ਵੀ ਮੈਨੂੰ ਪਹਿਲਾਂ ਨਹੀਂ ਬੁਲਾਇਆ। ਲਿਖਿਆ ਹੀ ਇਦਾਂ ਸੀ ਪਰਮਾਤਮਾ ਨੇ। ਮੇਰੋ ਕਛੂ ਅਪਰਾਧ ਨਹੀਂ, ਮਹਾਰਾਜ ਕਹਿੰਦੇ ਮੇਰਾ ਕੋਈ ਅਪਰਾਧ ਨਹੀਂ, ਮੇਰੀ ਕੋਈ ਗਲਤੀ ਨਹੀਂ, ਮੇਰੇ ਤੋਂ ਕੋਈ ਭੁੱਲ ਹੋ ਗਈ ਹੈ, ਤੁਹਾਨੂੰ ਮੈਂ ਚੇਤੇ ਨਹੀਂ ਕੀਤਾ। ਕਹਿਓ ਯਾਦ ਤੇ ਭੂਲ ਨਾ ਕੋਪ ਚਿਤਾਰੋ, ਮੈਂ ਜਾਣ ਕੇ ਅਪਰਾਧ ਨਹੀਂ ਕੀਤਾ ਤੁਹਾਨੂੰ ਭੁੱਲਣ ਦਾ। ਤੁਸੀਂ ਮੇਰੇ ਚੇਤੇ ਤੋਂ ਸੁਭਾਵਕ ਹੀ ਭੁੱਲ ਗਏ। ਇੱਕ ਤਰ੍ਹਾਂ ਦਾ ਵਿਅੰਗ ਕਰ ਰਹੇ ਨੇ ਮਹਾਰਾਜ, ਕਿਉਂਕਿ ਸਾਧ ਸੰਗਤ ਜੀ ਮਹਾਰਾਜ ਨੇ ਖਾਲਸੇ ਨੂੰ ਪ੍ਰਧਾਨਤਾ ਦੇਣੀ ਸੀ। ਪੰਡਤਾਂ ਦੀ ਪ੍ਰਧਾਨਤਾ ਯੁੱਗਾਂ ਤੋਂ ਚੱਲੀ ਆਉਂਦੀ ਸੀ, ਪਰ ਸਮਾਜ ਨੂੰ ਇਹ ਪੂਰਾ ਮਾਰਗਦਰਸ਼ਨ ਕਰ ਨਹੀਂ ਸਨ ਸਕੇ। ਪੰਜਾਂ ਪਿਆਰਿਆਂ ਨੂੰ ਮੁਖੀ ਬਣਾਉਣਾ ਸੀ ਨਾ, ਇਸ ਕਰਕੇ ਮਹਾਰਾਜ ਵਿਅੰਗ ਕਰ ਰਹੇ, ਕਹਿੰਦੇ ਤੁਸੀਂ ਭੁੱਲ ਗਏ ਹੋ। ਭੁੱਲਦਾ ਹਮੇਸ਼ਾ ਉਹ ਹੁੰਦਾ ਜਿਹੜਾ ਸੈਕਿੰਡ ਨੰਬਰ ਤੇ ਹੁੰਦਾ। ਫਸਟ ਨੂੰ ਆਪਾਂ ਕਦੀ ਵਿਆਹ ਸ਼ਾਦੀ ਕਰੀਏ, ਕਦੀ ਕੋਈ ਘਰ 'ਚ ਫੰਕਸ਼ਨ ਹੋਵੇ, ਅਖੰਡ ਪਾਠ ਕਰਾਈਏ, ਤਾਂ ਆਪਾਂ ਜਿਹੜਾ ਖਾਸ ਹੁੰਦਾ ਉਹਨੂੰ ਪਹਿਲਾਂ ਕਾਰਡ ਦੇ ਦਿੰਦੇ ਹਾਂ, ਤੇ ਜਿਹੜਾ ਕੋਈ ਥੋੜਾ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਹੁੰਦਾ ਉਹਨੂੰ ਕਈ ਵਾਰੀ ਭੁੱਲ ਵੀ ਜਾਂਦੇ ਆ ਤੇ ਬਾਅਦ 'ਚ ਸੌਰੀ ਵੀ ਕਰਨਾ ਪੈਂਦਾ। ਮਹਾਰਾਜ ਕਹਿੰਦੇ ਮੇਰਾ ਕੋਈ ਅਪਰਾਧ ਨਹੀਂ, ਤੁਸੀਂ ਮੇਰੇ ਚੇਤੋਂ ਹੀ ਭੁੱਲ ਗਏ ਹੋ, ਗੁੱਸਾ ਨਾ ਕਰੋ। ਭਾਗੋ ਨਿਹਾਲੀ ਪਠਿਆ ਦਿਓ ਆਜ, ਅੱਜ ਹੀ ਤੁਹਾਨੂੰ ਵਧੀਆ ਕੱਪੜੇ ਤੇ ਸਿਰ ਤੋਂ ਪੈਰਾਂ ਤੱਕ ਪਹਿਨਣ ਵਾਲੇ ਪੰਡਤ ਜੀ, ਧੋਤੀ ਕਮੀਜ਼, ਤੁਹਾਡੀ ਦਸਤਾਰ ਜੋ ਵੀ ਤੁਸੀਂ ਪਹਿਨਦੇ ਹੋ ਉਹ ਵਧੀਆ ਬਾਗੋ। ਤੇ ਨਿਹਾਲੀ ਦਾ ਮਤਲਬ ਰਜਾਈ, ਤਲਾਈ, ਬਿਸਤਰਾ, ਮੰਜਾ ਵਧੀਆ ਤੁਹਾਨੂੰ ਅੱਜ ਭੇਜ ਦਿਆਂਗੇ, ਕਿਉਂਕਿ ਪੰਡਤਾਂ ਨੂੰ ਇਹਨਾਂ ਚੀਜ਼ਾਂ ਤੱਕ ਖਿਆਲ ਹੁੰਦਾ ਵੀ ਸਾਨੂੰ ਮੰਜਾ ਬਿਸਤਰਾ ਵਧੀਆ ਮਿਲੇ, ਕੱਪੜਾ ਵਧੀਆ ਮਿਲੇ, ਖਾਣ ਨੂੰ ਖੀਰ ਕੜਾਹ ਵਧੀਆ ਮਿਲੇ। ਇਹਨੇ ਨਾਲ ਪੰਡਤ ਖੁਸ਼ ਹੋ ਜਾਂਦੇ। ਤੋ ਮਹਾਰਾਜ ਕਹਿੰਦੇ ਤੁਹਾਨੂੰ ਰਜਾਈ ਤਲਾਈ ਵਧੀਆ ਭੇਜ ਦਿਆਂਗੇ, ਭਲੇ ਤੁਮਕੋ ਨਿਸ਼ਚੈ ਜੀ ਧਾਰੋ, ਭਲੀਆਂ ਵਧੀਆ ਚੀਜ਼ਾਂ ਦਿਆਂਗੇ। ਪੰਡਤ ਜੀ ਨਿਸ਼ਚਾ ਰੱਖੋ, ਵਿਸ਼ਵਾਸ ਰੱਖੋ, ਤੁਹਾਡਾ ਸਤਿਕਾਰ ਪੂਰਾ ਕਰਾਂਗੇ। ਛਤਰੀ ਸਬੈ ਕ੍ਰਿਤ ਵਿਪਨ ਕੇ, ਨਾਲੇ ਆ ਜਿਹੜਾ ਖਾਲਸਾ ਬੈਠਾ ਨਾ, ਜਿਨ੍ਹਾਂ ਦੇ ਬਾਰੇ ਤੁਸੀਂ ਸੋਚਦੇ ਹੋ ਵੀ ਇਹਨਾਂ ਨੂੰ ਪਹਿਲਾਂ ਕਿਉਂ ਲੰਗਰ ਛਕਾਇਆ। ਛਤਰੀ, ਇਹ ਜਿਹੜੇ ਛਤਰੀ ਨੇ ਨਾ, ਸ਼ਸਤਰਧਾਰੀ ਸੂਰਮਾ। ਸਾਧ ਸੰਗਤ ਜੀ ਬ੍ਰਾਹਮਣ, ਛਤਰੀ, ਵੈਸ਼, ਸ਼ੂਦਰ, 4 ਵਰਨ ਬ੍ਰਾਹਮਣਾਂ ਨੇ ਹੀ ਬਣਾਏ ਨੇ। ਤੇ ਛਤਰੀ ਕਾਹਦੇ ਵਾਸਤੇ ਬਣਾਏ? ਵੀ ਸਾਡੀ ਰੱਖਿਆ ਕਰਨਗੇ। ਮਹਾਰਾਜ ਕਹਿੰਦੇ ਪੰਡਤ ਜੀ ਛਤਰੀ ਬਣਾਏ, ਕੀਰਤਨ ਨੇ ਬਣਾਏ ਹੋਏ ਵਿਪਨ ਕੇ, ਇਹ ਬ੍ਰਾਹਮਣਾਂ ਦੀ ਰੱਖਿਆ ਵਾਸਤੇ ਹੀ ਬਣੇ ਨੇ। ਤੇ ਬ੍ਰਾਹਮਣਾਂ ਨੇ ਇਹ ਛਤਰੀ ਵਰਨ ਦੀ ਵੰਡ ਕੀਤੀ ਸੀ ਵੀ ਤੁਸੀਂ ਛਤਰੀ ਹੋ ਬਾਈ, ਤੁਸੀਂ ਧਰਮ ਦੀ ਰਾਖੀ ਕਰਨੀ ਹੈ। ਇਨਹੂ ਪੈ ਕਟਾਚ ਕਿਰਪਾ ਕੈ ਨਿਹਾਰੋ, ਤੇ ਪੰਡਤ ਜੀ ਇਹਨਾਂ ਵੱਲ ਕਿਰਪਾ ਦ੍ਰਿਸ਼ਟੀ ਦੇ ਨਾਲ ਵੇਖੋ, ਇਹਨਾਂ ਦੇ ਵੱਲ ਮਿਹਰ ਦੀ ਨਿਗਾਹ ਰੱਖੋ, ਇਹਨਾਂ ਨਾਲ ਈਰਖਾ ਨਾ ਰੱਖੋ। ਅਸਲ ਵਿੱਚ ਸਾਧ ਸੰਗਤ ਜੀ ਇਹ ਬੜਾ ਡੂੰਘਾ ਪ੍ਰਸੰਗ ਹੈ ਕਿ ਤ੍ਰੇਤੇ ਤੋਂ ਪਹਿਲਾਂ ਪਰਸ਼ੁਰਾਮ ਦੀ ਛਤਰੀਆਂ ਨਾਲ ਲੜਾਈ ਚੱਲੀ ਆਉਂਦੀ ਸੀ। 21 ਵਾਰ ਪਰਸ਼ੁਰਾਮ ਬ੍ਰਾਹਮਣ ਸੀ, ਉਹਦੀ ਮਾਤਾ, ਉਹਦੇ ਪਿਤਾ ਜਮਦਗਨ ਰਿਸ਼ੀ ਦੀ ਰਿਸ਼ਤੇਦਾਰੀ ਸੀ ਸਹੰਸਰ ਬਾਹੂ ਨਾਲ, ਉਹਦੇ ਨਾਲ ਜੰਗ ਹੋਇਆ। ਉੱਥੋਂ ਇਹ ਸਾਰੀ ਲੜਾਈ ਬੜੀ ਲੰਮੀ, ਇਤਿਹਾਸ ਬੜਾ ਲੰਮਾ। ਤੇ ਪਰਸ਼ੁਰਾਮ ਨੇ ਸਹੁੰ ਪਾ ਲਈ, ਮੈਂ 21 ਵਾਰੀ ਛਤਰੀਆਂ ਨੂੰ ਖਤਮ ਕਰਾਂਗਾ। 21 ਵਾਰੀ ਉਹਨੇ ਛਤਰੀ ਖਤਮ ਕੀਤੇ ਧਰਤੀ ਤੇ ਮਹਾਰਾਜ ਕਹਿੰਦੇ ਆ ਵੀ ਇਦਾਂ ਨਾ ਕਰੋ, ਛਤਰੀਆਂ ਨਾਲ ਜਨਮਜਾਤ ਦੁਸ਼ਮਣੀ ਨਾ ਰੱਖੋ। ਛਤਰੀ ਸਭਾ ਕਿਰਤ ਵਿਪਣਗੇ, ਇਹ ਤੁਹਾਡੀ ਰੱਖਿਆ ਲਈ ਬਣੇ ਹਨ। ਯੁੱਧ ਜਿੱਤੇ ਇਨਹੀ ਕੇ ਪ੍ਰਸਾਦ, ਇਹਨਾਂ ਛਤਰੀਆਂ ਦੀ ਕਿਰਪਾ ਨਾਲ ਹੀ ਅਸੀਂ ਵੱਡੇ ਵੱਡੇ ਜੰਗ ਜਿੱਤੇ ਹਨ। ਇਨਹੀ ਕੇ ਪ੍ਰਸਾਦ ਸੋ ਦਾਨ ਕਰੇ, ਆ ਜਿਹੜਾ ਪੰਡਤ ਜੀ ਤੁਹਾਨੂੰ ਦਾਨ ਦਿੰਨੇ ਆ ਨਾ, ਇਹ ਛਤਰੀਆਂ ਦੀ ਕਿਰਤ ਕਮਾਈ ਵਿੱਚੋਂ ਹੀ ਦਿੰਨੇ ਆ। ਪੰਥ ਖਾਲਸਾ ਖੇਤੀ ਮੇਰੀ, ਕਰੋ ਸੰਭਾਲ ਸਦਾ ਇਨਕੇਰੀ। ਇਹ ਜਿਹੜਾ ਖਾਲਸਾ ਪੰਥ ਕਿਰਤ ਵਿਰਤ ਕਰਕੇ, ਮਿਹਨਤਾਂ ਕਰਕੇ, ਕੋਈ ਦਿਹਾੜੀ ਕਰਦਾ, ਕੋਈ ਦੁਕਾਨਦਾਰੀ ਕਰਦਾ, ਕੋਈ ਖੇਤੀ ਕਰਦਾ, ਕੋਈ ਬਿਜ਼ਨਸ ਕਰਦਾ ਤੇ ਲਿਆ ਕੇ ਦਸਵੰਧ ਗੁਰੂ ਦੇ ਖਜ਼ਾਨੇ 'ਚ ਦਿੰਦਾ, ਇੱਥੋਂ ਹੀ ਤੁਹਾਨੂੰ ਪੰਡਤਾਂ ਨੂੰ ਦਾਨ ਦਛਨਾ ਦਿੰਨੇ ਆ। ਮਹਾਰਾਜ ਕਹਿੰਦੇ ਇਹਨਾਂ ਦੀ ਕਿਰਪਾ ਨਾਲ ਹੀ ਦਾਨ ਕੀਤੇ ਹਨ। ਓ ਬਟਰੇ ਇਨਹੀ ਕੇ ਪ੍ਰਸਾਦ, ਇਹਨਾਂ ਦੀ ਕਿਰਪਾ ਨਾਲ ਵੱਡੇ ਵੱਡੇ ਪਾਪ ਨਾਸ ਹੋ ਜਾਂਦੇ। ਜਦੋਂ ਖਾਲਸੇ ਦੀ ਸੰਗਤ ਵਿੱਚ ਰਹੀਏ ਪਾਪਾਂ ਦਾ ਨਾਸ ਹੋ ਜਾਂਦਾ ਹੈ। ਇਨਹੀ ਕੀ ਕਿਰਪਾ ਪੁਨ ਧਾਮ ਪਰੇ, ਤੇ ਇਹਨਾਂ ਦੀ ਕਿਰਪਾ ਨਾਲ ਹੀ ਘਰ ਭਰ ਜਾਂਦੇ ਹਨ। ਇਨਹੀ ਕੇ ਪ੍ਰਸਾਦ ਸੋ ਵਿਦਿਆ ਲਈ, ਇਹਨਾਂ ਸਿੰਘਾਂ ਦੀ ਕਿਰਪਾ ਨਾਲ ਹੀ ਵਿਦਿਆ ਪ੍ਰਾਪਤ ਹੋਈ ਹੈ। ਇਨਹੀ ਕੀ ਕਿਰਪਾ ਸਭ ਸਤਰ ਮਰੇ, ਇਹਨਾਂ ਦੀ ਕਿਰਪਾ ਨਾਲ ਹੀ ਸਾਰੇ ਸ਼ਤਰੂ ਮਾਰੇ ਗਏ ਹਨ। ਇਨਹੀ ਕੀ ਕਿਰਪਾ ਕੇ ਸਜੇ ਹਮ ਹੈ। ਮਹਾਰਾਜ ਕਹਿੰਦੇ ਸਿੰਘਾਂ ਦੀ ਕਿਰਪਾ ਕਰਕੇ, ਛਤਰੀਆਂ ਦੀ ਕਿਰਪਾ ਕਰਕੇ ਅਸੀਂ ਸਜੇ ਹਾਂ। ਨਹੀਂ ਮੋਸੇ ਗਰੀਬ ਕਰੋੜ ਪਰੇ, ਇਹ ਪੰਡਤ ਜੀ ਖਾਲਸੇ ਤੋਂ ਬਿਨਾਂ ਮੇਰੀ ਵੀ ਕੋਈ ਵੈਲਿਊ ਨਹੀਂ, ਮੇਰੇ ਵਰਗੇ ਕਰੋੜਾਂ ਹੀ ਫਿਰਦੇ ਹਨ। ਨਹੀਂ ਮੋਸੇ ਗਰੀਬ ਕਰੋੜ ਪਰੇ, ਇਹ ਖਾਲਸੇ ਦੀ ਕਿਰਪਾ ਨਾਲ ਹੀ ਮੇਰੇ ਕੋਲ ਇੰਨੇ ਖਜ਼ਾਨੇ ਹਨ। ਸੇਵ ਕਰੀ ਇਨਹੀ ਕੀ ਭਾਵਤ, ਸਾਨੂੰ ਤਾਂ ਇਹ ਖਾਲਸੇ ਦੀ ਕੀਤੀ ਸੇਵਾ ਹੀ ਚੰਗੀ ਲੱਗਦੀ ਹੈ। ਔਰ ਕੀ ਸੇਵ ਸੁਹਾਤ ਨਾ ਜੀ ਕੋ, ਹੋਰ ਕਿਸੇ ਦੀ ਸੇਵਾ ਚੰਗੀ ਨਹੀਂ ਲੱਗਦੀ, ਸੁਹਾਦ ਨਾ ਜੀ ਕੋ। ਕਿਉਂਕਿ ਖਾਲਸਾ ਜਿਹੜਾ ਹੈ ਬ੍ਰਾਹਮਣ ਵੀ ਹੈ, ਖਾਲਸਾ ਛਤਰੀ ਵੀ ਹੈ, ਖਾਲਸਾ ਵੈਸ਼ ਵੀ ਹੈ, ਖਾਲਸਾ ਸ਼ੂਦਰ ਵੀ ਹੈ, ਖਾਲਸਾ ਦਾਨ ਦਿੰਦਾ ਵੀ ਹੈ, ਖਾਲਸਾ ਦਾਨ ਲੈ ਵੀ ਸਕਦਾ।
ਇਹ ਸਾਰੇ ਗੁਣ ਖਾਲਸੇ ਵਿੱਚ ਹਨ। ਇਸ ਕਰਕੇ ਹੋਰ ਕਿਸੇ ਦੀ ਸੇਵਾ ਸਾਨੂੰ ਭਾਉਂਦੀ ਨਹੀਂ। दान दियो इन हुई को पलो, ਖਾਲਸੇ ਨੂੰ ਦਿੱਤਾ ਦਾਨ ਹੀ ਭਲਾ ਦਾਨ ਹੈ। दान को दान न लागत नीको, ਹੋਰ ਨੂੰ ਦਿੱਤਾ ਦਾਨ ਨਹੀਂ ਚੰਗਾ ਭਲਾ ਲੱਗਦਾ। आगे फलै इन ही को दयो, ਮਹਾਰਾਜ ਕਹਿੰਦੇ ਅੱਗੇ ਦਰਗਾਹ ਵਿੱਚ ਖਾਲਸੇ ਨੂੰ ਦਿੱਤਾ ਦਾਨ ਹੀ ਫਲੀਭੂਤ ਹੁੰਦਾ ਹੈ। जग में जस और दयो सब फीको, ਸੰਸਾਰ ਦੇ ਵਿੱਚ ਹੋਰ ਵੀ ਜੋ ਕੁਝ ਵੀ ਦਾਨ ਜਸ ਮਾਨ ਵਡਿਆਈ ਲਈ ਦਿੱਤਾ ਜਾਂਦਾ ਸਭ ਫਿੱਕਾ ਹੈ। लोग ग्रह में मन ते तन ते, ਮਹਾਰਾਜ ਕਹਿੰਦੇ ਮੇਰੇ ਘਰ ਵਿੱਚ ਮਨ ਤੋਂ ਤਨ ਤੋਂ ਲੈ ਕੇ सिर लो तन है सब ही इन ही को, ਆਪਣਾ ਸਿਰ ਵੀ ਤੇ ਧਨ ਵੀ ਸਾਰਾ ਇਹਨਾਂ ਦਾ ਹੀ ਮੈਂ ਖਾਲਸੇ ਨੂੰ ਹੀ ਸੌਂਪਿਆ ਹੈ। दोहरा चटपटाए चित में जरियो तृण जो क्रुद्धत होए, ਇਹ ਗੱਲ ਸੁਣ ਕੇ ਸਾਧ ਸੰਗਤ ਜੀ ਪੰਡਿਤ ਕੇਸੋ ਦਾਸ ਨੂੰ ਅੱਗ ਜੀ ਲੱਗ ਗਈ। ਚਟਪਟਾਏ ਚਿਤ ਮੈਂ ਜਰਿਓ, ਸੜ ਬਲ ਗਿਆ। ਤ੍ਰਿਣ ਜਿਉ ਕ੍ਰੁੱਧ ਤੋਂ ਜਿਵੇਂ ਅੱਖਾਂ ਨੂੰ ਅੱਗ ਲਾਈ ਇੱਕਦਮ ਭਬੂਕਾ ਜਾ ਪੈਂਦਾ ਨਾ ਪਰਾਲੀ ਦੀ ਅੱਗ, ਫਿਰ ਮਿੰਟ 'ਚ ਠੰਡੀ ਵੀ ਹੋ ਜਾਂਦੀ ਹੈ। ਪਰਾਲੀ ਦੀ ਅੱਗ ਭੜਕਦੀ ਵੀ ਬੜੀ ਹੈ ਇੱਕਦਮ, ਤੇ 2 ਸਕਿੰਟਾਂ 'ਚ ਠੰਡੀ। ਇਦਾਂ 1 ਮਿੰਟ ਥੋੜਾ ਜਿਹਾ ਗਰਮ ਜਿਹਾ ਹੋਇਆ। ਹੁਣ ਮਹਾਰਾਜ ਦੇ ਸਾਹਮਣੇ ਗਰਮੀ ਕੀ ਕਰਨੀ ਸੀ ਉਸਦੀ। ਪੰਡਿਤ ਕੇਸੋ ਦਾਸ ਜੀ ਗਰਮ ਹੋ ਕੇ ਠੰਡਾ ਵੀ ਹੋ ਗਿਆ। खोज रोज के हेत लग दयो मिसर जू होए, ਰੋਏ ਕਹਿੰਦੇ ਖੋਜ ਰੋਜ਼ ਕੇ ਹੇਤ ਲੱਗ। ਨਿਤਾ ਪ੍ਰਤੀ ਦੀ ਜਿਹੜੀ ਰੋਜੀ ਰੋਟੀ ਸੀ ਨਾ ਉਹਨੂੰ ਲੱਗਿਆ ਵੀ ਹੁਣ ਗਵਾਚ ਜਾਏਗੀ। ਹੁਣ ਮਹਾਰਾਜ ਸਿੰਘਾਂ ਨੂੰ ਹੀ ਦਾਨ ਦੇਣਗੇ, ਸਾਨੂੰ ਪੰਡਤਾਂ ਨੂੰ ਦਾਨ ਨਹੀਂ ਦੇਣਗੇ। ਇਸ ਕਰਕੇ ਪੰਡਿਤ ਕੇਸੋ ਦਾਸ ਜੀ ਰੋਣ ਲੱਗ ਪਏ। चौपाई सादर बहुर आहार खवैया, ਮਹਾਰਾਜ ਨੇ ਵੇਖਿਆ ਵੀ ਪੰਡਿਤ ਹੁਣ ਦੁਖੀ ਹੋਇਆ। ਮਹਾਰਾਜ ਨੇ ਬੜੇ ਸਤਿਕਾਰ ਨਾਲ ਫਿਰ 2 ਮਿੱਠੇ ਬੋਲ ਬੋਲੇ ਤੇ ਸਤਿਕਾਰ ਨਾਲ ਲਿਆਓ ਵੀ ਪੰਡਿਤ ਜੀ ਨੂੰ ਪਹਿਲਾਂ ਪ੍ਰਸ਼ਾਦਾ ਛਕਾਓ ਤੇ ਵਧੀਆ ਭੋਜਨ ਛਕਾਇਆ ਕੋਲ ਬਿਠਾ ਕੇ। दखना लक्ष 100 रुपया, ਤੇ ਮਹਾਰਾਜ ਨੇ 1.25 ਲੱਖ ਰੁਪਈਆ ਪੰਡਿਤ ਜੀ ਦੀ ਝੋਲੀ 'ਚ ਦਛਣਾ ਪਾਈ। ਜਦੋਂ 1.25 ਲੱਖ ਰੁਪਈਆ ਦਾਨ ਦਛਣਾ ਮਿਲੀ ਨਾ, ਕੇਸੋ ਦਾਸ ਤਾਂ ਫਿਰ ਬਾਗੋ ਬਾਗ ਹੋ ਗਿਆ, ਖੁਸ਼ ਹੋ ਗਿਆ। दर्भ पठियो सब अपने धाम, ਉਹਨੇ ਸਾਰਾ ਪੈਸਾ ਹੁੰਡੀ ਕਰਕੇ ਆਪਣੇ ਘਰ ਬਨਾਰਸ ਭੇਜ ਦਿੱਤਾ। रहियो कुचक गुर टिक विश्राम, ਆਪ ਹੋਰ ਕੁਝ ਮਹੀਨੇ ਸ੍ਰੀ ਅਨੰਦਪੁਰ ਸਾਹਿਬ ਹੀ ਰਿਹਾ ਗੁਰੂ ਸਾਹਿਬ ਦੇ ਕੋਲ। उनवर ले बेहेत उचारा, ਫਿਰ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਤੁਸੀਂ ਤੇ ਈਸ਼ਵਰ ਅਵਤਾਰ ਹੋ, ਮੈਂ ਤੁਹਾਡੇ ਲਈ ਐਡਾ ਪ੍ਰਯੋਗ ਕੀਤਾ ਹੈ, ਕੱਲੀ ਮਾਇਆ ਦੀ ਦਛਣਾ ਦਿਓਗੇ ਕੋਈ ਵਰ ਵੀ ਦਿਓ। ਮਹਾਰਾਜ ਨੂੰ ਵਰ ਮੰਗਿਆ ਫਿਰ ਸਤਿਗੁਰਾਂ ਤੋਂ। श्री गुरु जी होए पंथ तुम्हारा, ਇਹ ਸਤਿਗੁਰੂ ਜੀ ਤੂੰ ਅੱਗੇ ਆਉਣ ਵਾਲੇ ਸਮੇਂ ਤੁਹਾਡਾ ਪੰਥ ਬੜਾ ਵਧੇਗਾ। करे जंग तुरकन को मारे, ਤੁਹਾਡੇ ਸਿੰਘ ਤੁਰਕਾਂ ਨਾਲ ਜੰਗ ਕਰਨਗੇ, ਤੁਰਕਾਂ ਨੂੰ ਮਾਰਨਗੇ विजय पाए सब वस्त संभारे, ਔਰ ਫਤਿਹ ਪਾਣਗੇ ਤੇ ਸਾਰੀ ਧਰਤੀ ਦਾ ਰਾਜ ਪ੍ਰਾਪਤ ਕਰਨਗੇ अवनी राज करे बहु तेरा, ਔਰ ਧਰਤੀ ਦਾ ਰਾਜ ਕਰਨਗੇ। दिन में जन्म होए पुन मेरा, ਮਹਾਰਾਜ ਮੈਂ ਚਾਹੁੰਦਾ ਉਹਨਾਂ ਸਿੰਘਾਂ ਵਿੱਚ ਮੇਰਾ ਜਨਮ ਹੋਵੇ, ਮੈਂ ਵੀ ਤੁਹਾਡਾ ਸਿੰਘ ਬਣਾ उन कलगी तर भये प्रसन्न, ਤੇ ਮੈਨੂੰ ਵੀ ਕੋਈ ਰਾਜ ਭਾਗ ਦਾ ਮਾੜਾ ਜਿਹਾ ਹੁਲਾਰਾ ਮਿਲੇ। ਅਸੀਂ ਤੇ ਮਹਾਰਾਜ ਜੁਗ ਬੀਤ ਗਏ ਨੇ, ਕਦੀ ਰਾਜ ਕਰਕੇ ਨਹੀਂ ਵੇਖਿਆ, ਤੇ ਅਗਲਾ ਜਨਮ ਮੈਨੂੰ ਰਾਜਾ ਬਣਾ ਦਿਓ ਨਾ, ਤੇ ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹੋਵਾਂਗਾ। ਕੇਸੋ ਦਾਸ ਦੀ ਗੱਲ ਸੁਣ ਕੇ ਬਾਜਾਂ ਵਾਲੇ ਫਿਰ ਦਇਆ ਦੇ ਘਰ ਚ ਆ ਗਏ। सिंह बनन चाहयो तू धन, ਮਹਾਰਾਜ ਕਹਿੰਦੇ ਕੇਸੋ ਦਾਸ ਧੰਨ ਹੈ ਤੂੰ ਸਾਡਾ ਸਿੰਘ ਬਣਨਾ ਚਾਹੁੰਦਾ। ਧੰਨ ਉਹ ਬ੍ਰਾਹਮਣ ਹਨ ਜਿਹੜੇ ਆਪਣੇ ਬਾਹਮਣ ਪੁਣੇ ਦਾ ਹੰਕਾਰ ਛੱਡ ਕੇ ਗੁਰੂ ਦੀ ਸ਼ਰਨ ਆ ਗਏ। ਸਾਧ ਸੰਗਤ ਜੀ ਬਹੁਤ ਬ੍ਰਾਹਮਣਾਂ ਜੋ ਸਿੰਘ ਸਜੇ ਹਨ, ਬਹੁਤ ਛਤਰੀਆਂ ਜੋ ਸਿੰਘ ਸਜੇ ਹਨ, ਬਹੁਤ ਵੈਸ਼ਾਂ ਜੋ ਸਿੰਘ ਸਜੇ ਹਨ, ਬਹੁਤ ਸ਼ੂਦਰਾਂ ਜੋ ਵੀ ਸਿੰਘ ਸਜੇ ਹਨ। ਜਿਹੜੇ ਗੁਰੂ ਦੇ ਪੰਥ ਵਿੱਚ ਆ ਗਏ ਸਾਰੇ ਹੀ ਧੰਨ ਹੋ ਗਏ। ਧੰਨ ਹੋ ਪੰਡਿਤ ਕੇਸੋ ਦਾਸ ਜੀ, ਤੁਸੀਂ ਖਾਲਸਾ ਸਿੰਘ ਬਣਨਾ ਚਾਹੁੰਦੇ ਹੋ। 3 बार होए पंथ मझारी, ਚੰਗਾ ਫਿਰ ਤੇਰਾ 3 ਵਾਰੀ ਪੰਥ ਵਿੱਚ ਜਨਮ ਹੋਵੇਗਾ, 3 ਵਾਰੀ ਤੂੰ ਖਾਲਸੇ ਪੰਥ ਵਿੱਚ ਆਵੇਂਗਾ लह सिंगन मह सिरदारी, ਤੇ ਸਿੰਘਾਂ ਦੀ ਸਰਦਾਰੀ ਬਾਦਸ਼ਾਹੀ ਤੂੰ ਕਰੇਗਾ। ਇਹ बर पाए हरख को धर के, ਇਸ ਤਰ੍ਹਾਂ ਵਰ ਪਾ ਕੇ ਬੜਾ ਖੁਸ਼ ਹੋਇਆ ਹੈ। विप्र कलेवर को तज करके, ਤੇ ਫਿਰ ਇਹ ਬ੍ਰਾਹਮਣਾਂ ਵਾਲਾ ਚੋਲਾ ਛੱਡ ਕੇ भयो खालसे मह सरदार, ਇਹ ਫਿਰ ਆਉਣ ਵਾਲੇ ਸਮੇਂ 'ਚ ਸਿੰਘਾਂ ਵਿੱਚ ਸਰਦਾਰ ਹੋਇਆ ਹੈ, ਰਾਜਾ ਬਣਿਆ ਹੈ। बने तुर्क बहु जंग मझार, ਇਹ 100 ਸਾਖੀ ਦੇ ਵਿੱਚ ਬਚਨ ਆਉਂਦਾ, ਇਹਨੇ ਜੰਗ ਵੀ ਲੜੇ ਹਨ। ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਬਣ ਕੇ, ਬਾਅਦ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਣ ਕੇ। ਇਹ ਕੇਸੋ ਦਾਸ ਦੀ ਆਤਮਾ ਹੀ ਆਈ ਸੀ, ਗੁਰੂ ਸਾਹਿਬ ਤੋਂ ਵਰ ਲਿਆ ਸੀ। वृंद भोग भोगे सुख पाए, ਫਿਰ ਬੜਾ ਰਾਜ ਭੋਗਿਆ, ਸੁਖ ਭੋਗਿਆ ਹੈ। कथा विप्र की भी इस पाए। ਇਸ ਤਰ੍ਹਾਂ ਪੰਡਿਤ ਕੇਸੋ ਦਾਸ ਜੀ ਦੀ ਕਥਾ ਹੋਈ ਹੈ। ਅਗਲੀ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।